ਜਿੱਥੇ ਸਾਰੇ ਇਕੱਠੇ ਹੋਏ ਹੁੰਦੇ ਸੀਗੇ, ਜਿੱਥੋਂ ਇਹਨਾਂ ਨੂੰ ਆਸ ਹੁੰਦੀ ਸੀ ਵੀ ਸਾਨੂੰ ਕੋਈ ਗੱਡੀਆਂ ਬੱਸਾਂ 'ਤੇ ਚੜ੍ਹਾ ਦੂਗਾ, ਉੱਥੇ ਵੀ 1500 ਬੰਦਾ ਵਿਦਆਊਟ ਸੋਸ਼ਲ ਡਿਸਟੈਂਸਿੰਗ ਪਿਆ ਹੁੰਦਾ ਸੀ। ਤੇ ਤੁਹਾਨੂੰ ਨਹੀਂ ਲੱਗਿਆ ਕਿ ਜੇ ਕਿਤੇ ਜਿਹੜੀ ਬੱਸਾਂ ਤੁਸੀਂ ਭੇਜ ਰਹੇ ਹੋ, ਜੇ ਕਿਤੇ ਉਹਨਾਂ 'ਚ ਕੋਈ ਕਰੋਨਾ ਵਾਇਰਸ ਪੋਜ਼ਿਟਿਵ ਨਿਕਲਿਆ ਜਾਂ ਫਿਰ ਉੱਥੋਂ ਦੀ ਕਰੋਨਾ ਫੈਲ ਗਿਆ ਤਾਂ ਫਿਰ ਇਲਜ਼ਾਮ ਤੁਹਾਡੇ ਤੇ ਵੀ ਆ ਸਕਦਾ? ਮੈਂ ਜਿੱਥੇ ਵੀ ਮਰਨਾ ਚਾਹੂੰਗਾ, ਹਮੇਸ਼ਾ ਮਰਨਾ ਚਾਹੂੰਗਾ ਵੀ ਮੈਂ ਪੰਜਾਬ 'ਚ ਹੀ ਹਨਾ, ਵੀ ਮੈਂ ਆਪਣੇ ਆਖਰੀ ਸਾਹ ਇੱਥੇ ਲਵਾਂ, ਕਿਉਂਕਿ ਮੈਂ ਇੱਥੇ ਜੰਮਿਆ ਪਲਿਆ, ਮੈਂ ਸਾਰਾ ਕੁਝ ਇੱਥੇ ਦੇਖਿਆ। ਏਰੀਆਵਾਦ ਹੋ ਸਕਦਾ ਹੈ, ਮੇਰੀ ਗਲਤੀ ਹੋ ਸਕਦੀ ਹੈ, ਪਰ ਮੈਂ ਇੱਥੇ ਜ਼ਿਆਦਾ ਸਕੂਨ ਹੋਊਗਾ। ਉਹ ਮਜ਼ਦੂਰਾਂ ਦਾ ਵੀ ਇਹੀ ਮੰਨਣਾ ਸੀ। 2-2.5 ਮਹੀਨੇ ਜੇ ਉਹਨਾਂ ਨੂੰ ਰੋਟੀ ਪਾਣੀ ਮਿਲਿਆ ਹੁੰਦਾ ਤਾਂ ਉਹਨਾਂ ਨੇ ਪੰਜਾਬ ਛੱਡ ਭੱਜਣਾ ਹੀ ਨਹੀਂ ਸੀਗਾ। ਚੋਂ ਦੀ ਗੱਲਾਂ ਇਹ ਵੀ ਨਿਕਲ ਕੇ ਆ ਰਹੀਆਂ ਸੀ ਕਿ ਰਾਸ਼ਨ ਤਾਂ ਜੀ ਹਰ ਇੱਕ ਨੂੰ ਮਿਲ ਚੁੱਕਿਆ, 2-3 ਵਾਰ ਮਿਲ ਚੁੱਕਿਆ। ਆਪਣੇ ਘਰਾਂ ਦੇ ਵਿੱਚ ਲੋਕਾਂ ਨੇ ਭਰਨਾ ਸ਼ੁਰੂ ਕਰਤਾ ਵੀ ਰਾਸ਼ਨ ਦੀ ਸੇਵਾ ਹੁਣ ਨਾ ਕਰੋ, ਰਾਸ਼ਨ ਦੀ ਸੇਵਾ ਹੁਣ ਬੰਦ ਕਰ ਦਿਓ। ਉਹਨਾਂ ਦੇ ਕਿਚਨਸ ਦੀਆਂ ਜਾ ਕੇ ਵੀਡੀਓਜ਼ ਸ਼ੂਟ ਕਰਦੇ ਸੀਗੇ, ਅਸੀਂ ਉਹਨਾਂ ਦੇ ਕਿਚਨ ਖੋਲਦੇ ਸੀਗੇ। ਵੱਡਾ ਫਿਰ ਵੀ ਝੂਠ ਬੋਲੂ ਅਸੀਂ ਬੱਚਿਆਂ ਨਾਲ, ਕਿਉਂਕਿ ਉੱਦਾਂ ਹੀ ਬੱਚੇ ਪਿਆਰੇ ਲੱਗਦੇ ਨੇ, ਉਹਨਾਂ ਨਾਲ ਵੈਸੇ ਹੀ ਹੱਸ ਖੇਡ ਕੇ ਅਸੀਂ ਪੁੱਛ ਲੈਂਦੇ ਬੇਟਾ ਕਬ ਰੋਟੀ ਖਾਈ ਥੀ, ਕੱਲ ਕਿਆ ਖਾਇਆ ਥਾ, ਤਾਂ ਉਹਨਾਂ ਦੇ ਬੱਚਿਆਂ ਨਾਲ ਗੱਲ ਕਰਕੇ ਪਤਾ ਲੱਗ ਜਾਂਦਾ ਸੀ ਵੀ ਕਦੋਂ ਕਿਹਨਾਂ ਨੇ ਲਾਸਟ ਰੋਟੀ ਖਾਧੀ ਆ। ਆਪਣੀ ਸਭ ਦੀ ਇੱਕ ਘਾਟ ਕਹਿ ਲਓ, ਆਪਾਂ ਨੂੰ ਗਰੀਬ ਹਮੇਸ਼ਾ ਕੰਮ ਵਾਲਾ ਦਿਖੂਗਾ, ਗਰੀਬ 'ਚ ਮੈਨੂੰ ਮਾਲੀ ਦਿਖੂਗਾ, ਮੈਨੂੰ ਉਹ ਮਜ਼ਦੂਰ ਦਿਖੂਗਾ, ਆਪਾਂ ਉਹਨੂੰ ਇਨਸਾਨ ਕਦੇ ਵੇਖ ਹੀ ਨਹੀਂ ਪਾਉਂਦੇ। ਕਈ ਤਾਂ ਜਗ੍ਹਾ ਪ੍ਰਸ਼ਾਸਨਿਕ ਅਧਿਕਾਰੀ ਬੜੇ ਚਾਅ ਨਾਲ ਕਹਿੰਦੇ ਸੀ ਸਾਡੀ ਜੀ ਬਿਲਡਰਾਂ ਨਾਲ ਮੀਟਿੰਗ ਹੋਈ ਆ, ਹੁਣ ਕੰਮ ਖੁੱਲ੍ਹ ਗਿਆ, ਇਹ ਕੰਮ ਚੋਰ ਨੇ, ਭੱਜਦੇ ਨੇ, ਇਹ 2-2 ਮਹੀਨੇ ਅੰਨ ਖਾਂਦੇ ਰਹੇ। ਜਦੋਂ ਤੁਸੀਂ ਕਿਸੇ ਦੀ ਮਦਦ ਕਰਨ ਜਾਂਦੇ ਹੋ ਤਾਂ ਅੱਗੋਂ ਦੀ ਬਾਅਦ 'ਚ ਗੱਲ ਕੁਝ ਹੋਰ ਹੀ ਨਿਕਲਦੀ ਹੈ, ਬਾਅਦ 'ਚ ਪਤਾ ਲੱਗਦਾ ਅੱਛਾ ਇਹ ਤਾਂ ਲੋੜਵੰਦ ਸੀਗਾ ਹੀ ਨਹੀਂ। ਸਾਡਾ ਪੰਜਾਬ ਪੁਲਿਸ ਉਹ ਵਿਚਾਰੇ ਹਨਾ ਦੇਸੀ ਹੁੰਦੇ ਨੇ ਕਿ ਉਹ ਇੰਨਾ ਨਹੀਂ ਸੋਚਦੇ, ਜੇ ਉਹਨਾਂ ਨੂੰ ਕੋਈ ਗਲਤ ਲੱਗਾ ਉਹਨਾਂ ਨੇ ਬਾਹੋਂ ਵੀ ਫੜ ਲੈਣਾ, ਉਹਨਾਂ ਨੇ ਧੌਣ ਨੂੰ ਵੀ ਹੱਥ ਲਾ ਲੈਣਾ। ਕਰੋਨਾ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਹੋਣਾ ਸੀ। ਅੱਜ ਮਾਲਕ ਨੇ, ਕੁਦਰਤ ਨੇ ਸਾਨੂੰ ਇਹ ਵੱਡੀ ਲਾਈਵ ਸਕ੍ਰਿਪਟ ਦੇਖੀ ਹੈ ਤਾਂ ਅਸੀਂ ਇਹ 'ਚ ਆਪਦਾ ਕਿਰਦਾਰ ਵਧੀਆ ਢੰਗ ਨਾਲ ਨਿਭਾਈਏ। ਜਿਹੜੀਆਂ ਬੱਸਾਂ ਰੋਕ ਦਿੱਤੀਆਂ ਗਈਆਂ ਸੀਗੀਆਂ ਬਾਰਡਰ ਤੇ, ਜਾਂ ਪਰਮਿਸ਼ਨਸ ਜਿਹੜੀ ਆਪਣੀ ਮਨਮਰਜ਼ੀ ਨਾਲ ਦਿੱਤੀਆਂ ਜਾ ਰਹੀਆਂ ਸੀਗੀਆਂ, ਕਈਆਂ ਨੂੰ ਜਾਣ ਦਿੱਤੀ ਜਾ ਰਹੀ ਸੀ ਜਾਂ ਕਈਆਂ ਨੂੰ ਨਹੀਂ ਜਾਣ ਦਿੱਤੀ ਜਾ ਰਹੀ ਸੀ, ਪਰਮਿਸ਼ਨਸ ਦੇ ਤੁਸੀਂ ਕੀ ਪ੍ਰੋਸੈਸ ਰੱਖਿਆ ਸੀਗਾ, ਕਿਸ ਤਰੀਕੇ ਨਾਲ ਤੁਸੀਂ ਪਰਮਿਸ਼ਨਸ ਲਈਏ? ਇੱਕ ਪਾਰਟੀ ਕੋਈ ਕੰਮ ਕਰਦੀ ਹੈ, ਦੂਜੀ ਉਹਨੂੰ ਰੋਕਣ ਤੇ ਲੱਗ ਜਾਂਦੀ ਹੈ, ਉਹਨਾਂ ਨੂੰ ਹੋ ਜਾਂਦਾ ਵੀ ਕੱਲ ਨੂੰ ਇਹਦਾ ਸਟਾਰ ਬਣ ਜਾਣਗੇ। ਤਾਂ ਇਸ ਟਾਈਮ 'ਚ ਗਰਾਊਂਡ ਤੇ ਰਹਿ ਕੇ ਇੱਕ ਚੀਜ਼ ਜਿਹੜੀ ਦੇਖਣ ਨੂੰ ਮਿਲੀ, ਰਾਜਨੀਤਿਕ ਪਾਰਟੀਆਂ ਨੇ ਇੱਕ ਦੂਜੇ ਦੇ ਕੰਮ ਖਰਾਬ ਕਰਨ ਦੇ ਚੱਕਰ 'ਚ ਆਮ ਗਰੀਬਾਂ ਦਾ, ਕੋਈ ਸਾਡੇ ਵਰਗੇ ਜਿਹੜੇ ਮਾੜਾ ਮੋਟਾ ਕੰਮ ਕਰ ਰਹੇ ਸੀ, ਰਾਜਨੀਤਿਕ ਪਾਰਟੀਆਂ ਦੀ ਆਪਸੀ ਰੰਜਿਸ਼ਾਂ ਕਹਿ ਲਓ ਜਾਂ ਮੂਰਖਤਾ ਹੀ ਕਹੂੰਗਾ ਮੈਂ ਇਹਨੂੰ, ਵੀ ਉਹਦਾ ਨੁਕਸਾਨ ਆਮ ਪਬਲਿਕ ਨੂੰ ਹੋਇਆ। ਉਹ ਰੈਲੀ ਦਾ ਹਰ ਬੰਦਾ ਕੋਈ ਤੁਰ ਕੇ ਨਹੀਂ ਆਇਆ ਹੁੰਦਾ, ਉਹਨਾਂ ਨੂੰ ਪੇਡ ਵੀ ਹੁੰਦੇ ਨੇ, ਪੈਸੇ ਵੀ ਦਿੱਤੇ ਜਾਂਦੇ ਨੇ ਰੈਲੀ 'ਚ ਆਉਣ ਲਈ, ਉਹਨਾਂ ਨੂੰ ਬੱਸਾਂ 'ਚ, ਕਾਰਾਂ 'ਚ, ਮੈਂ ਕਹਿੰਦਾ ਵੀ ਸਿਰ ਤੇ ਬਿਠਾ ਲਿਆਉਂਦੇ ਨੇ। ਉਹ ਪਰਿਵਾਰ ਨੇ ਨਾ ਆਪਣੇ ਜਿਹੜੇ ਬੱਚੇ ਦਾ, ਨਿਊਬੋਰਨ ਬੇਬੀ ਦਾ ਨਾਮ ਨਹੀਂ ਰੱਖਿਆ, ਉਹ ਕਹਿੰਦੇ ਜੀ ਇਹਦਾ ਨਾਮ ਤੁਸੀਂ ਰੱਖੋਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਕੈਨੇਡਾ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੋੜਾ। ਅੱਜ ਕੱਲ੍ਹ ਦੇ ਟਾਈਮ ਦੀ ਜੇ ਗੱਲ ਕਰੀਏ ਤਾਂ ਅੱਜ ਕੱਲ੍ਹ ਕਿਸੇ ਕੋਲ ਵੀ ਇੰਨਾ ਸਮਾਂ ਨਹੀਂ ਕਿ ਉਹ ਕਿਸੇ ਹੋਰ ਨੂੰ ਦੇਖ ਸਕੇ। ਲੋਕੀ ਆਪਣੇ ਰੁਝੇਵਿਆਂ ਦੇ ਵਿੱਚ ਹੀ ਇੰਨਾ ਰੁੱਝੇ ਰਹਿੰਦੇ ਨੇ ਕਿ ਕਿਸੇ ਹੋਰ ਵੱਲ ਦੇਖਣ ਦਾ ਸਮਾਂ ਹੀ ਨਹੀਂ ਮਿਲਦਾ। ਚਾਹੇ ਸਮਾਂ ਕਿੱਦਾਂ ਦਾ ਵੀ ਆ ਜਾਵੇ, ਚਾਹੇ ਜਿੰਨੀ ਵੀ ਮੁਸੀਬਤ ਆ ਜਾਵੇ, ਲੋਕੀ ਸਿਰਫ ਆਪਣਾ ਆਪ ਸਵਾਰਨ 'ਚ ਲੱਗਦੇ ਨੇ, ਕਿਸੇ ਦੂਸਰੇ ਦੇ ਸਵਾਰਨ 'ਚ ਕਿਸੇ ਨੂੰ ਟਾਈਮ ਨਹੀਂ ਮਿਲਦਾ, ਕਿਸੇ ਨੂੰ ਕੋਈ ਇੰਟਰਸਟ ਨਹੀਂ ਹੁੰਦਾ। ਪਰ ਅੱਜ ਜਿਹੜੇ ਸ਼ਖਸ ਨਾਲ ਤੁਹਾਨੂੰ ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹਨਾਂ ਨੇ ਮੂਹਰੇ ਆ ਕੇ ਲੋਕਾਂ ਦੀ ਮਦਦ ਕੀਤੀ, ਜਿੱਥੇ ਕਿ ਅੱਜ ਕਰੋਨਾ ਵਾਇਰਸ ਵਰਗੀ ਮਹਾਮਾਰੀ ਫੈਲੀ ਹੋਈ ਹੈ, ਜਿੱਥੇ ਲੋਕਾਂ ਦਾ ਇੰਨਾ ਨੁਕਸਾਨ ਹੋ ਰਿਹਾ, ਹਰ ਖਿੱਤੇ 'ਚ ਨੁਕਸਾਨ ਹੋ ਰਿਹਾ, ਉੱਥੇ ਹੀ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋਇਆ, ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਦੀ ਜੇ ਅਸੀਂ ਕਹੀਏ ਮਾਰ ਚੱਲਣੀ ਪਈ ਤਾਂ ਉਹ ਸੀ ਮਜ਼ਦੂਰ ਤਬਕਾ। ਗਰੀਬ ਮਜ਼ਦੂਰਾਂ ਨੂੰ ਆਪਣੇ ਘਰ ਤੱਕ ਪਹੁੰਚਾਉਣ ਵਾਸਤੇ ਬੱਸਾਂ ਦੀ ਕਈ ਤਰੀਕੇ ਦੀ ਮੰਗਾਂ ਕੀਤੀਆਂ ਜਾ ਰਹੀਆਂ ਸੀ ਕਿ ਕਿਸੇ ਵੀ ਤਰੀਕੇ ਪ੍ਰਸ਼ਾਸਨ ਜਿਹੜਾ ਹੈ ਉਹ ਜਿਹੜੇ ਗਰੀਬ ਮਜ਼ਦੂਰ ਨੇ ਉਹਨਾਂ ਨੂੰ ਆਪਣੇ ਘਰ ਪਹੁੰਚਾ ਸਕਣ। ਜਿਹੜੇ ਗਰੀਬ ਮਜ਼ਦੂਰ ਨੇ ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਪਾ ਰਿਹਾ, ਉਹਨਾਂ ਤੱਕ ਰਾਸ਼ਨ ਪਹੁੰਚਦਾ ਹੋ ਸਕੇ। ਪਰ ਉੱਥੇ ਦੇਖਣ ਨੂੰ ਇਹ ਮਿਲ ਰਿਹਾ ਸੀ ਕਿ ਪ੍ਰਸ਼ਾਸਨ ਦੀ ਬਹੁਤ ਵੱਡੀ ਅਣਗਹਿਲੀਆਂ ਦੇਖਣ ਨੂੰ ਮਿਲ ਰਹੀਆਂ ਸੀਗੀਆਂ। ਪਰ ਉੱਥੇ ਇੱਕ ਐਂਟਰਟੇਨਮੈਂਟ ਇੰਡਸਟਰੀ ਦੀ ਜੇ ਗੱਲ ਕਰੀਏ ਤਾਂ ਕਈ ਸਿਤਾਰਿਆਂ ਨੇ ਅੱਗੇ ਆ ਕੇ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਨ੍ਹਾਂ 'ਚੋਂ ਅੱਜ ਅਸੀਂ ਤੁਹਾਡੇ ਨਾਲ ਮਿਲਵਾਵਾਂਗੇ ਜੀ ਗੱਬਰ ਸੰਗਰੂਰ ਨੂੰ, ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਹੋ। ਗੱਬਰ ਜਿਹੜੇ ਪਹਿਲੇ ਸੀਗੇ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਉਹਨਾਂ ਨੇ ਇੱਕ ਇੱਦਾਂ ਦਾ ਨਾਮ ਬਣਾਇਆ ਸੀ ਕਿ ਲੋਕਾਂ ਦੇ ਮਨਾਂ ਦੇ ਵਿੱਚ ਨੈਗੇਟਿਵਿਟੀ ਫੈਲਣ ਲੱਗ ਜਾਂਦੀ ਸੀ, ਪਰ ਇਹਨਾਂ ਨੇ ਉਹ ਨਾਮ ਨੂੰ ਸੁਧਾਰਿਆ। ਗੱਬਰ ਸੰਗਰੂਰ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਬਾਰੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕੈਮਰੇ 'ਤੇ ਆਉਣ ਵਾਸਤੇ ਮਨਾ ਕੀਤਾ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਪੁੰਨੇ ਦਾ ਕੰਮ ਹੈ ਜਿਹੜਾ ਮੈਂ ਉਹ ਆਪ ਕਰ ਰਿਹਾ, ਆਪਣੇ ਵਾਸਤੇ ਕਰ ਰਿਹਾ, ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਕਰ ਰਿਹਾ। ਸੋ ਬੜੀ ਮੁਸ਼ਕਿਲ ਦੇ ਨਾਲ ਅਸੀਂ ਗੱਲਬਾਤ ਕਰਕੇ ਉਹਨਾਂ ਨੂੰ ਕੈਮਰੇ 'ਤੇ ਲੈ ਕੇ ਆਏ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਮੈਂ ਦੱਸਿਆ ਕਿ ਤੁਸੀਂ ਕੈਮਰੇ 'ਤੇ ਆਉਣ ਤੋਂ ਮਨਾ ਕਰ ਰਹੇ ਸੀਗੇ, ਕਿਉਂਕਿ ਜੇ ਤੁਸੀਂ ਇਹ ਕੰਮ ਕਰ ਰਹੇ ਸੀਗੇ ਤਾਂ ਆਪਣੇ ਵਾਸਤੇ ਕਰ ਰਹੇ ਸੀਗੇ, ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਅੱਖਾਂ ਖੋਲ੍ਹਣ ਵਾਸਤੇ ਸਾਨੂੰ ਜਿਹੜੇ ਇੱਦਾਂ ਦਾ ਕੰਮ ਕਰ ਰਹੇ ਹੁੰਦੇ ਨੇ, ਜਿਹੜਾ ਚੰਗਾ ਕੰਮ ਕਰ ਰਹੇ ਹੁੰਦੇ ਨੇ, ਜੋ ਕੰਮ ਸਿਸਟਮ ਦਾ ਹੋਵੇ, ਜੋ ਕੰਮ ਸਰਕਾਰ ਦਾ ਹੋਵੇ, ਜੇ ਉਹ ਕੰਮ ਆਮ ਇਨਸਾਨ ਕਰ ਰਿਹਾ ਹੋਵੇ ਤਾਂ ਸਾਨੂੰ ਜ਼ਰੂਰ ਜ਼ਰੂਰਤ ਮਹਿਸੂਸ ਹੁੰਦੀ ਹੈ ਸਾਨੂੰ ਕਿ ਅਸੀਂ ਉਹਨਾਂ ਨੂੰ ਮੂਹਰੇ ਲੈ ਕੇ ਆਈਏ ਤਾਂ ਕਿ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ੍ਹ ਸਕਣ। ਤੁਹਾਡੇ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਤੁਸੀਂ ਰਾਸ਼ਨ ਵੀ ਵੰਡਿਆ ਗਰੀਬ ਮਜ਼ਦੂਰਾਂ ਨੂੰ, ਤੁਸੀਂ ਉਹਨਾਂ ਵਾਸਤੇ ਬੱਸਾਂ ਵੀ ਚਲਾਈਆਂ, ਇੱਕ ਵੱਖਰੇ ਤਰੀਕੇ ਦਾ ਤੁਸੀਂ ਕੰਮ
ਕਰ ਰਹੇ ਸੀਗੇ ਜੋ ਆਮ ਲੋਕ ਨਹੀਂ ਕਰ ਪਾ ਰਹੇ ਸੀ। ਕਈ ਲੋਕ ਸਿਰਫ ਰਾਸ਼ਨ ਨਹੀਂ ਵੰਡ ਰਹੇ ਸੀਗੇ ਤੇ ਕਈ ਲੋਕ ਦੂਸਰੇ ਤਰੀਕੇ ਨਾਲ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਬੱਸਾਂ ਚਲਵਾਉਣ ਵਾਸਤੇ ਤੁਹਾਡੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਸਾਡੇ ਸਾਹਮਣੇ ਕੋਈ ਘਟਨਾ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਜਾਗਦੇ ਹਾਂ, ਉਸ ਤੋਂ ਬਾਅਦ ਸਾਨੂੰ ਲੱਗਦਾ ਕਿ ਇੱਥੇ ਸਾਨੂੰ ਕੁਝ ਐਕਸ਼ਨ ਕਰਨ ਦੀ ਲੋੜ ਹੈਗੀ ਹੈ। ਤੁਹਾਨੂੰ ਇਹ ਕਦੋਂ ਮਹਿਸੂਸ ਹੋਇਆ? ਸਭ ਤੋਂ ਪਹਿਲਾਂ ਤਾਂ ਇਹੀ ਆ, ਜਿਵੇਂ ਆਪਾਂ ਕਹੀਏ ਰਾਸ਼ਨ ਵੈਸੇ ਤਾਂ ਆਪਾਂ ਨੂੰ ਤਾਂ ਸਾਡੇ ਵਿਰਸੇ 'ਚੋਂ ਹੀ ਆਪਾਂ ਸਭ ਨੂੰ ਮਿਲਿਆ ਹੁੰਦਾ ਵੀ ਵੰਡ ਛਕੋ, ਹੈ ਨਾ। ਆਪਾਂ ਨੂੰ ਲੰਗਰ ਪ੍ਰਥਾ ਕਰੋੜਾਂ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਆ। ਅਤੇ ਰਾਸ਼ਨ ਪੰਜਾਬ, ਇਸ ਗੱਲੋਂ ਪੰਜਾਬ ਹਰਿਆਣਾ ਆਪਣੀ ਇੱਧਰਲੀ ਭੂਮੀ ਖੁਸ਼ ਨਸੀਬ ਹੈ ਵੀ ਮੈਨੂੰ ਲੱਗਦਾ ਵੀ ਇੱਥੇ ਭੁੱਖ ਨਾਲ ਕੋਈ ਨਾ ਮਰਿਆ ਹੋਊਗਾ ਅਤੇ ਨਾ ਬਾਬਾ ਕਰੇ ਕਦੇ ਕੋਈ ਇਹੋ ਜਿਹੀ ਨੌਬਤ ਆਵੇ। ਦੂਜੀ ਗੱਲ, ਇਹ ਉਹ ਸਮਾਂ ਸੀਗਾ ਜਦੋਂ ਅਸੀਂ ਵੀ ਵੇਖਿਆ ਸਮਝਿਆ। ਇੱਕ ਚੀਜ਼ ਆਪਾਂ ਵੀ ਹਰ ਦਿਨ ਬਹੁਤ ਕੁਝ ਸਿੱਖ ਰਹੇ ਹੁੰਦੇ ਹਾਂ, ਤਾਂ ਇਸ ਸਮੇਂ ਨੇ ਸਾਨੂੰ ਕੀ ਸਿਖਾਇਆ ਵੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ, ਗੁਰੂ ਘਰ, ਹੋਰ ਇੱਦਾਂ ਦੇ ਲੋਕ ਜਿਹੜੇ ਚੰਗੇ ਕੰਮ ਕਰਨ ਲੱਗੇ ਨੇ, ਉਹ ਲਿਟਰਲੀ ਦੁਨੀਆ ਦਾ, ਦੇਸ਼ ਦਾ ਬਹੁਤ ਜ਼ਰੂਰੀ ਹਿੱਸਾ ਨੇਗੇ। ਅਤੇ ਇਹ ਚੀਜ਼ ਮੈਂ ਹੁਣ ਸਮਝੇ, ਮਤਲਬ ਅਸੀਂ ਵੀ ਹੈ ਨਾ, ਨਹੀਂ ਰੂਟੀਨ ਵਰਕ ਆਪਾਂ ਆਪਣੀ ਲਾਈਫ 'ਚ ਸਭ ਬਿਜ਼ੀ ਹੁੰਦੇ ਹਾਂ, ਕੁਝ ਚੀਜ਼ਾਂ ਵੱਲ ਆਪਾਂ ਧਿਆਨ ਹੀ ਨਹੀਂ ਦਿੰਦੇ। ਤਾਂ ਹੁਣ ਜਦੋਂ ਇਹ ਸਮਾਂ ਔਖਾ ਸੀਗਾ ਪੂਰੀ ਦੁਨੀਆ 'ਤੇ, ਪੰਜਾਬ 'ਚ ਵੀ ਅਸੀਂ ਗਰਾਊਂਡ 'ਤੇ ਰਹਿ ਕੇ ਥੋੜ੍ਹਾ ਬਹੁਤ ਜਿੰਨਾ ਕੁ ਵੀ ਕਰ ਸਕੇ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਰ ਰਹੇ ਹਾਂ। ਪਹਿਲਾਂ ਵੀ ਕਰਦੇ ਰਹਿੰਦੇ ਸੀ, ਪਹਿਲਾਂ ਮੈਂ ਵੀ ਐਡੇ ਸਕੇਲ 'ਤੇ ਨਹੀਂ ਹੋ ਸਕੀਆਂ ਸੀ ਚੀਜ਼ਾਂ। ਅਤੇ ਇਹ ਸਮਝ ਆਇਆ ਵੀ ਜਿਹੜੇ ਆਪਣੇ ਸਮਾਜ 'ਚ ਇੱਕ ਬੁੱਧੀਜੀਵੀ ਤਬਕਾ ਹੈਗਾ, ਜਿਨ੍ਹਾਂ ਨੂੰ ਪਹਿਲਾਂ ਇਹ ਲੱਗਦਾ ਸੀ ਯਾਰ ਇਹ ਸਿਰਫ ਸਿਆਣੀਆਂ ਜਿਹੀਆਂ ਗੱਲਾਂ, ਉਹ ਕੁਛ ਕੁ ਅਦਾਕਾਰ ਕਹਿ ਲਓ, ਕੁਛ ਪ੍ਰੋਫੈਸਰ ਸਾਹਿਬਾਨ ਕਹਿ ਲਓ, ਪੱਤਰਕਾਰ, ਇਨਫੈਕਟ ਕੁਛ ਵਧੀਆ ਪੱਤਰਕਾਰ ਵੀ, ਤਾਂ ਇਹ ਸਭ ਜਿਹੜੇ ਸਮਾਜ ਦਾ ਸ਼ੁਭ ਚਿੰਤਕ ਲੋਕ ਨੇ, ਤਾਂ ਉਹਨਾਂ ਨੇ ਇੱਕ ਬਾਂਹ ਫੜੀ ਰੱਖੀ। ਮੈਂ ਕਹਾਂ ਜੇ ਅਸੀਂ ਵੀ ਸੀਗੇ, ਜੇ ਅਸੀਂ ਥੋੜ੍ਹਾ ਬਹੁਤ ਅੱਗੇ ਲੱਗ ਕੇ ਕੰਮ ਕਰ ਰਹੇ ਸੀ, ਤਾਂ ਸਾਨੂੰ ਪਿੱਛੋਂ ਇੱਦਾਂ ਦੇ ਹਜ਼ਾਰਾਂ ਲੋਕਾਂ ਦੀ ਸਪੋਰਟ, ਸਹਿਯੋਗ, ਗਾਈਡੈਂਸ ਸੀ, ਜਿਹਦੇ ਕਰਕੇ ਅਸੀਂ ਵਧੀਆ ਕੰਮ ਕਰ ਸਕੇ। ਬਿਲਕੁਲ, ਜਿਵੇਂ ਕਿ ਮੈਂ ਗੱਲ ਕੀਤੀ ਕਿ ਤੁਸੀਂ ਬੱਸਾਂ ਚਲਵਾਈਆਂ, ਉਹਦੇ ਲਈ ਕੋਈ ਇੱਕ ਬੰਦਾ ਅੱਗੇ ਆ ਕੇ ਜੇ ਕੁਝ ਕਰਨਾ ਚਾਹਵੇ ਤਾਂ ਉਹ ਕਰ ਨਹੀਂ ਸਕਦਾ। ਤਾਂ ਜ਼ਾਹਰ ਜੀ ਗੱਲ ਹੈ ਵੀ ਤੁਹਾਡੀ ਵੀ ਜਿਹੜੀ ਟੀਮ ਹੋਏਗੀ ਪਿੱਛੇ, ਜਿਹੜੇ ਤੁਹਾਡੇ ਨਾਲ ਲੋਕ ਜੁੜੇ ਹੋਣਗੇ, ਉਹਨਾਂ ਬਾਰੇ ਸਾਨੂੰ ਦੱਸੋ ਵੀ, ਕਿਉਂਕਿ ਸੋਚ ਮਿਲਣੀ ਬਹੁਤ ਜ਼ਰੂਰੀ ਹੁੰਦੀ ਹੈ। ਜੇ ਸਾਡੀ ਇੱਕ ਚੰਗੀ ਸੋਚ ਹੈ, ਅਗਲੇ ਵਾਲੇ ਦੀ ਹੋ ਸਕਦਾ ਵੀ ਸੋਚ ਸਾਡੇ ਜਿਹੋ ਜਿਹੀ ਨਾ ਹੋਵੇ, ਉਹਦੀ ਸੋਚ ਕੁਝ ਹੋਰ ਹੋਵੇ। ਸੋਚ ਕਿਵੇਂ ਮਿਲੀ ਅਤੇ ਕਿਹੜੀ ਟੀਮ ਸੀ ਤੁਹਾਡੀ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ? ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਰਾਸ਼ਨ ਦਾ ਵੀ ਕਰ ਹੀ ਰਹੇ ਸੀਗੇ, ਹਰ ਬੰਦੇ ਨੇ ਕੀਤਾ ਹੈ ਨਾ। ਮੈਂ ਬਾਰ-ਬਾਰ ਵੀ ਆਪਾਂ ਕੀ ਕੀਤਾ, ਕਰੇ ਕਰਾਵੇ ਬਾਬਾ ਆਪੋ ਆਪ, ਸਭ ਕੁਛ ਲਿਟਰਲੀ ਆਪੇ ਹੋ ਰਿਹਾ ਸੀਗਾ। ਆਪੇ ਮੈਂ ਕਿਉਂ ਕਰ ਰਿਹਾ, ਇਹ ਗੱਲ ਬਹੁਤ ਸੱਚੀ ਆ ਵੀ ਆਪਾਂ ਨੂੰ ਸਿਰਫ ਅੱਗੇ ਲੱਗਣ ਦੀ ਲੋੜ ਆ। ਪਿੱਛੋਂ ਆਪਣੇ ਇੰਡੀਆ 'ਚੋਂ, ਬਾਹਰੋਂ ਬੈਠੇ ਸੱਜਣ ਮਿੱਤਰ ਪਿਆਰੇ, ਇੰਨੇ ਕੁ ਦਾਨੀ ਪੁਰਖ ਸੱਜਣ ਹੈਗੇ ਨੇ। ਕਿਉਂਕਿ ਹਰ ਬੰਦਾ, ਜਿੱਦਾਂ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਸਾਡੇ ਨਾਲ ਵਾਲੇ ਘਰ 'ਚ ਆਂਟੀ ਹੈਗੇ ਨੇ, ਉਹ ਬਜ਼ੁਰਗ ਨੇ, ਰਿਟਾਇਰਡ ਆਂਟੀ ਨੇਗੇ, ਅਤੇ ਉਹਨਾਂ ਦਾ ਬੇਟਾ ਵੀ ਪੂਨੇ 'ਚ ਲੋਕਡਾਊਨ ਦੌਰਾਨ ਫਸਿਆ ਹੋਇਆ ਸੀਗਾ। ਤਾਂ ਜਦੋਂ ਅਸੀਂ ਥੋੜ੍ਹਾ ਬਹੁਤ ਕੁਛ ਕਰਨ ਜਾਂਦੇ ਸੀ ਇੱਦਾਂ ਦਾ, ਆਂਟੀ ਕਹਿੰਦੇ ਸੀ ਵੀ ਮੈਂ ਏਜਡ ਹਾਂ ਬੇਟਾ, ਵੀ ਮੈਂ ਕੁਛ ਕਰ ਨਹੀਂ ਸਕਦੀ। ਪਰ ਆਂਟੀ ਨੇ ਸਾਨੂੰ ਰਾਸ਼ਨ ਵਗੈਰਾ, ਇੱਥੇ ਪਿੱਛੋਂ ਅਸੀਂ ਜਿਹੜੀ ਦੁਕਾਨ ਤੋਂ ਅਸੀਂ ਵੀ ਲੈਂਦੇ ਹਾਂ, ਤਾਂ ਆਂਟੀ ਜੀ ਨੇ ਵੀ ਉੱਥੋਂ ਸਾਨੂੰ ਰਾਸ਼ਨ ਵਗੈਰਾ ਕਾਫੀ ਜ਼ਿਆਦਾ ਉਹਨਾਂ ਨੇ ਕਿਹਾ ਵੀ ਜਿੰਨੇ ਤੱਕ ਮੇਰੇ ਤੋਂ ਬਣੂਗਾ ਵੀ ਮੈਨੂੰ ਦੱਸ ਦਿਆ ਕਰੋ ਪਲੀਜ਼। ਅਤੇ ਮੀਨਜ਼ ਇੱਦਾਂ ਕਈ ਲੋਕ ਕਰਨਾ ਚਾਹੁੰਦੇ ਨੇ, ਕੁਛ ਮਜਬੂਰੀਆਂ ਆਪਣੀ ਉਮਰ ਕਰਕੇ ਕਹਿ ਲਓ, ਜਾਂ ਕਈ ਵਾਰ ਸਰਕਲ ਨਹੀਂ ਹੁੰਦਾ, ਉਹ ਕਰ ਨਹੀਂ ਪਾਉਂਦੇ। ਅਤੇ ਹਾਂ, ਇੱਥੇ ਇੱਕ ਗੱਲ ਇਹ ਹੁੰਦੀ ਆ ਵੀ ਅਸੀਂ ਵੀ ਇਕੱਲੇ ਕੁਛ ਸ਼ਾਇਦ ਨਹੀਂ ਕਰ ਪਾਉਂਦੇ, ਅਸੀਂ ਵੀ ਫਸਟ ਡੇ ਜਾ ਕੇ ਤਹਿਸੀਲਦਾਰ ਸਾਹਿਬ, ਹੋਰ ਜਿੰਨੇ ਵੀ ਪ੍ਰਸ਼ਾਸਨ ਨੂੰ ਹੀ ਮਿਲੇ। ਪਰ ਕਈ ਥਾਵਾਂ 'ਤੇ ਅਫਸਰ ਹੁੰਦੇ ਨੇ, ਉਹ ਤੁਹਾਡੀ ਕੀ ਕਹਿੰਦੇ ਨੇ, ਜਜ਼ਬੇ ਦੀ ਕਦਰ ਕਰਦੇ ਨੇ, ਤੁਹਾਨੂੰ ਨਾਲ ਜੋੜਦੇ ਨੇ, ਤੁਹਾਨੂੰ ਗਾਈਡ ਕਰਦੇ ਨੇ, ਤੁਹਾਨੂੰ ਪਰਮਿਸ਼ਨਸ ਵਗੈਰਾ ਜਾਂ ਜੋ ਅਲਾਓ ਕਰਦੇ ਨੇ। ਕਈ ਥਾਵਾਂ 'ਤੇ ਅਫਸਰ ਕੀ ਕਹਿੰਦੇ ਨੇ, ਤਾਨਾਸ਼ਾਹੀ ਰਵੱਈਏ ਵਾਲੇ ਵੀ ਮਿਲਦੇ ਨੇ। ਇੱਕ ਨਾ ਇਹ ਸ਼ਾਇਦ ਆਪਣੇ ਮੁਲਕ ਦੀ ਹਾਲਾਤ ਲਾ ਲਓ, ਅੱਜ ਤੱਕ ਮੇਰੇ ਦੋਸਤ ਬਾਹਰ ਬੂਰ ਜਾਂਦੇ ਨੇ, ਮੈਂ ਉਹਨਾਂ ਨੂੰ ਕਹਿੰਦਾ ਯਾਰ ਆਪਣੇ ਮੁਲਕ 'ਚ ਵੀ ਬਹੁਤ ਕੁਛ ਹੈਗਾ, ਵੀ ਆਪਾਂ ਨੂੰ ਆਪਣੇ ਮੁਲਕ 'ਚ ਰਹਿ ਕੇ ਕੰਮ ਕਰਨਾ ਚਾਹੀਦਾ। ਇੱਥੇ ਬਹੁਤ ਕੁਛ ਹੈਗਾ ਅਤੇ ਅਸੀਂ ਕਮਾਇਆ ਵੀ ਹੈ ਦੇਸ਼ 'ਚੋਂ। ਸਾਨੂੰ ਸਭ ਕੁਛ ਪਰਮਾਤਮਾ ਨੇ ਦਿੱਤਾ ਹੈ, ਨੀਤਾਂ ਨੂੰ ਮੁਰਾਦਾਂ ਨੇਗੀਆਂ, ਹੈ ਨਾ, ਬਾਬਾ ਜੀ ਸਭ ਕੁਛ ਇੱਥੇ ਦਿੰਦੇ ਨੇਗੇ। ਤਾਂ ਅਸੀਂ ਇਸ ਦੇਸ਼ ਨੂੰ, ਇਸ ਧਰਤੀ ਨੂੰ ਆਪਦਾ ਮੰਨਦੇ ਹਾਂ ਅਤੇ ਅਸੀਂ ਖੁਸ਼ ਹਾਂ। ਪਰ ਜਦੋਂ ਅਸੀਂ ਇਸ ਦੌਰਾਨ ਨਾ ਕੰਮ ਕਰਨ ਬਾਹਰ ਜਾਂਦੇ ਸੀ, ਤਾਂ ਇੱਕ ਮਨ 'ਚ ਨਾ ਡਰ ਜਿਹਾ ਰਹਿੰਦਾ ਸੀਗਾ, ਕਿਉਂਕਿ ਕਿਤੇ ਨਾ ਕਿਤੇ ਸਾਨੂੰ ਟਕਰਾਅ ਦਾ ਡਰ ਰਹਿੰਦਾ ਸੀਗਾ। ਜੇ ਅਸੀਂ ਕੰਮ ਕਰਦੇ ਹਾਂ, ਹੈ ਨਾ, ਲਿਮਿਟੇਸ਼ਨਸ ਹੁੰਦੀਆਂ ਨੇਗੀਆਂ, ਅਤੇ ਮੇਬੀ ਅਸੀਂ ਕੋਈ ਸਾਰਾ ਕੁਛ ਹੁੰਦਾ ਸੀਗਾ ਵੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਕਈ ਥਾਵਾਂ 'ਤੇ ਅਫਸਰਾਂ ਦਾ ਰਵੱਈਆ ਨਹੀਂ ਵਧੀਆ ਹੁੰਦਾ। ਤਾਂ ਉਹ ਪਰ ਹੈ ਨਾ, ਖੁਸ਼ਕਿਸਮਤੀ ਆ, ਬਹੁਤ ਘੱਟ ਥਾਵਾਂ 'ਤੇ ਮਿਲਿਆ, ਅਤੇ ਪਰਮਾਤਮਾ ਨੇ ਉੱਥੇ ਵੀ ਕੀ ਕਹਿੰਦੇ ਨੇ, ਸੱਚ ਦੀ ਜਿੱਤ ਹੁੰਦੀ ਹੈ। ਅਸੀਂ ਜਿਹੜੀਆਂ ਸੱਚੀਆਂ ਨੀਤਾਂ ਨਾਲ ਕੰਮ ਕਰਨ ਤੁਰੇ ਹੋਏ ਸੀ, ਉਹ ਮਕਸਦ ਪੂਰੇ ਹੋਏ। ਅਤੇ ਬੱਸਾਂ ਦਾ ਗੱਲ ਆਉਂਦੀ ਹੈ, ਜਦੋਂ ਬੱਸਿਸ 'ਤੇ ਐਕਸਪੈਂਸਿਸ ਬਹੁਤ ਜ਼ਿਆਦਾ ਹੁੰਦੇ ਸੀਗੇ। ਮੈਂ ਬਾਰ-ਬਾਰ ਕਹਿੰਦਾ ਹੁੰਦਾ, ਉਹ ਮਤਲਬ 60-70 ਹਜ਼ਾਰ ਤੋਂ ਸ਼ੁਰੂ ਹੋ ਕੇ ਉਨਾਓ ਵਗੈਰਾ ਦੀ ਬੱਸ, ਉਦੋਂ ਬਾਅਦ 'ਚ ਜਿੰਨਾ ਆਪਾਂ ਦੂਰ ਜਾਈ ਜਾਂਦੇ ਹਾਂ, ਸਮਸਤੀਪੁਰ ਵਗੈਰਾ, ਗੋਰਖਪੁਰ, ਲੱਖ, ਫਿਰ ਉਸ ਤੋਂ ਵੀ ਅੱਗੇ
ਅਲੱਗ-ਅਲੱਗ ਵੀ ਮਤਲਬ ਲੱਖਾਂ 'ਚ ਪੈਂਦੀਆਂ ਸੀ ਬੱਸਾਂ, ਮੈਂ ਨਾਰਮਲ ਭਾਸ਼ਾ 'ਚ ਕਹਿ ਦਿੰਦਾ। ਉਹਦੇ 'ਚ ਦੂਜੀ ਇਹ ਸਮੱਸਿਆ ਸੀ ਵੀ ਇੱਕ 50-55 ਸੀਟਰ ਬੱਸ 'ਚ ਵੀ ਤੁਸੀਂ ਪੂਰੇ ਬੰਦੇ ਨਹੀਂ ਬਿਠਾ ਸਕਦੇ ਸੀ, ਸੋਸ਼ਲ ਡਿਸਟੈਂਸਿੰਗ ਕਰਕੇ ਸਿਰਫ 50% ਭਰਾ ਸਕਦੇ ਸੀਗੇ। ਪਰ ਉਹ ਜਿਹੜੀ ਜਗ੍ਹਾ ਤੋਂ ਜਾਂਦੇ ਸੀ ਉਹ ਵਿਚਾਰੇ ਜਿੱਥੇ ਇਕੱਠੇ ਸੀਗੇ ਤਾਂ ਉਹਨਾਂ ਦੀ ਇਹਨਾਂ ਦਾ ਆਪਾਂ ਵੇਖੀਏ ਗਰੀਬ ਭੈਣ ਭਰਾ ਸਾਡੇ, ਉਹ ਆਲਰੇਡੀ ਮਤਲਬ 5x5 ਦੇ ਕਮਰਿਆਂ 'ਚ ਵੀ ਉਹ 6-6 7-7 ਜਣੇ ਰਹਿੰਦੇ ਨੇਗੇ। ਫਿਰ ਇਹ ਜਿੱਥੇ ਸਾਰੇ ਇਕੱਠੇ ਹੋਏ ਹੁੰਦੇ ਸੀਗੇ, ਜਿੱਥੋਂ ਇਹਨਾਂ ਨੂੰ ਆਸ ਹੁੰਦੀ ਸੀ ਵੀ ਸਾਨੂੰ ਕੋਈ ਗੱਡੀਆਂ ਬੱਸਾਂ 'ਤੇ ਚੜ੍ਹਾ ਦੂਗਾ, ਉੱਥੇ ਵੀ 1500 ਬੰਦਾ ਵਿਦਆਊਟ ਸੋਸ਼ਲ ਡਿਸਟੈਂਸਿੰਗ ਪਿਆ ਹੁੰਦਾ ਸੀ। ਇਹ ਅਸੀਂ ਕਿਸੇ ਚੀਜ਼ ਦੀ ਨੈਗੇਟਿਵਿਟੀ ਨਹੀਂ ਉਭਾਰ ਰਹੇ, ਪਰ ਇਹ ਤੋਂ ਅਗਲਾ ਮਸਲਾ ਇਹ ਹੋ ਜਾਂਦਾ ਸੀ ਯਾਰ ਜਦੋਂ ਉਹ ਸਾਰੇ ਇਕੱਠੇ ਸੌਂ ਕੇ ਇਕੱਠੇ ਹੋ ਜਾ ਰਹੇ ਨੇ ਤਾਂ ਫਿਰ ਬੱਸਿਸ 'ਚ ਵੀ ਜਿੰਨੇ ਜਾ ਸਕਦੇ ਨੇ ਐਟਲੀਸਟ ਉਨੇ ਜਾਣ ਦਿਓ। ਤੁਹਾਨੂੰ ਇਹ ਨਹੀਂ ਲੱਗਿਆ ਕਿ ਜਿਵੇਂ ਤੁਸੀਂ ਗੱਲ ਕੀਤੀ ਉੱਥੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਸੀ ਰੱਖਿਆ ਜਾਂਦਾ, ਜਿਵੇਂ ਜੇ ਤੁਸੀਂ ਚਾਹੋ ਵੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਪਰ ਲੋਕ ਉੱਥੇ ਇਕੱਠੇ ਹੋ ਜਾਂਦੇ ਸੀ ਕਿਉਂਕਿ ਉਹ ਰਹਿੰਦੇ ਇਕੱਠੇ ਸੀਗੇ। ਤੁਹਾਨੂੰ ਇਦਾਂ ਨਹੀਂ ਲੱਗਿਆ ਕਿ ਜਿਵੇਂ ਹਜ਼ੂਰ ਸਾਹਿਬ ਦੀ ਗੱਲ ਹੋਈ ਸੀਗੀ ਉਦੋਂ ਇਹ ਲਗਾਤਾ ਸੀਗਾ ਅੱਛਾ ਇਹ ਬੱਸਾਂ ਕਿਉਂ ਚਲਾਈਆਂ, ਇਹ ਟ੍ਰੇਨਾਂ ਕਿਉਂ ਚਲਾਈਆਂ, ਤੇ ਤੁਹਾਨੂੰ ਨਹੀਂ ਲੱਗਿਆ ਕਿ ਜੇ ਕਿਤੇ ਜਿਹੜੀ ਬੱਸਾਂ ਤੁਸੀਂ ਭੇਜ ਰਹੇ ਹੋ ਜੇ ਕਿਤੇ ਉਹਨਾਂ 'ਚ ਕੋਈ ਕਰੋਨਾ ਵਾਇਰਸ ਪੋਜ਼ੀਟਿਵ ਨਿਕਲਿਆ ਜਾਂ ਫਿਰ ਉੱਥੋਂ ਦੀ ਕਰੋਨਾ ਫੈਲ ਗਿਆ ਤਾਂ ਫਿਰ ਇਲਜ਼ਾਮ ਤੁਹਾਡੇ 'ਤੇ ਵੀ ਆ ਸਕਦਾ? ਹਾਂ ਬਿਲਕੁਲ, ਮੈਂ ਉਹੀ ਬਾਰ-ਬਾਰ ਲੈ ਕੇ ਡਰ ਵੀ ਸੀਗਾ, ਸਾਨੂੰ ਵੀ ਸੀਗਾ। ਚਲੋ ਸਾਡੀ ਕਿਹੜਾ ਕੋਈ ਸਰਕਾਰੀ ਨੌਕਰੀ ਆ, ਸਾਨੂੰ 2-4 ਮਹੀਨੇ ਅੰਦਰ ਬਾਹਰ ਲਾ ਕੇ ਸਾਡਾ ਫੇਰ ਨਿਬੜ ਜਾਣਾ ਸੀ। ਜਿਹੜੇ ਸਾਨੂੰ ਪਰਮਿਸ਼ਨਾਂ ਵਿਚਾਰੇ ਦਿੰਦੇ ਨੇ ਉਹ ਅਫਸਰਾਂ ਨੂੰ ਇਹਨਾਂ ਚੀਜ਼ਾਂ ਦਾ ਵੀ ਸ਼ਾਇਦ ਡਰ ਸੀਗਾ। ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਜੇ ਆਪਾਂ ਇੱਕ ਡੱਬੇ 'ਚ ਆਲਰੇਡੀ 10 ਬਰਫੀਆਂ ਕੱਢ ਹੀ ਰਹੇ ਹਾਂ, ਜੇ ਉਹ ਇੱਕੋ ਡੱਬੇ 'ਚ ਹੁਣ ਤੱਕ ਜਿੱਥੋਂ ਵੀ ਟਰੈਵਲ ਕੀਤੀਆਂ ਹੁਣ ਤੱਕ ਜੋ ਇਕੱਠੀਆਂ ਸੀ, ਹੁਣ ਆਪਾਂ ਉਹਨਾਂ ਨੂੰ ਦਿਖਾਵੇ ਲਈ ਕਹਿ ਲਓ। ਕਿਉਂਕਿ ਇੱਕ ਗੱਲ ਸੀਗੀ, ਮੈਂ ਜਿੱਥੇ ਵੀ ਮਰਨਾ ਚਾਹੂੰਗਾ ਹਮੇਸ਼ਾ ਮਰਨਾ ਚਾਹੂੰਗਾ ਵੀ ਮੈਂ ਪੰਜਾਬ 'ਚ ਹੀ ਵੀ ਮੈਂ ਆਪਣੇ ਆਖਰੀ ਸਾਹ ਇੱਥੇ ਲਵਾਂ, ਕਿਉਂਕਿ ਮੈਂ ਇੱਥੇ ਜੰਮਿਆ ਪਲਿਆ, ਮੈਂ ਸਾਰਾ ਕੁਛ ਇੱਥੇ ਦੇਖਿਆ। ਏਰੀਆਵਾਦ ਹੋ ਸਕਦਾ ਹੈ, ਮੇਰੀ ਗਲਤੀ ਹੋ ਸਕਦੀ ਹੈ, ਪਰ ਮੈਂ ਇੱਥੇ ਜ਼ਿਆਦਾ ਸਕੂਨ ਹੋਊਂਗਾ। ਉਹ ਮਜ਼ਦੂਰਾਂ ਦਾ ਵੀ ਇਹੀ ਮੰਨਣਾ ਸੀਗਾ, ਉਹ ਗਰੀਬ ਭੈਣ ਭਰਾਵਾਂ ਦਾ ਇਹੀ ਸੀਗਾ। ਉਹ ਆਪਣੀ ਜਗ੍ਹਾ 'ਤੇ ਜਾਣਾ ਚਾਹੁੰਦੇ ਸੀ, ਉਹਨਾਂ ਨੂੰ ਮੌਤ ਦਾ ਡਰ, ਮੌਤ ਤਾਂ ਉਹਨਾਂ ਨੂੰ ਮੌਤ ਤੋਂ ਨਹੀਂ ਡਰਦੇ ਸੀ। ਸ਼ਾਇਦ ਉਹ ਆਪਣੇ ਨਾਲੋਂ ਦਲੇਰ ਨੇ, ਉਹ ਤਾਂ ਹੀ ਐਡੀਆਂ ਐਡੀਆਂ ਬਿਲਡਿੰਗਾਂ ਖੜੀਆਂ ਕਰ ਦਿੰਦੇ ਨੇ। ਤੁਸੀਂ ਮੈਂ ਜਾਂ ਸ਼ਾਇਦ ਹੋਰ ਅਸੀਂ ਮਜ਼ਦੂਰੀ ਦਿਹਾੜੀਆਂ ਨਹੀਂ ਕਰ ਸਕਦੇ ਜਿੰਨਾ ਉਹਨਾਂ 'ਚ ਕੀ ਕਹੂੰਗਾ ਸਟੈਮਿਨਾ ਕਹਿ ਲਓ ਜਾਂ ਕੁਛ ਵੀ ਹੈਗਾ। ਉਹਨਾਂ ਨੂੰ ਮੌਤ ਨਾਲੋਂ ਭੁੱਖ ਨਾਲੋਂ ਕਿਰਾਏ ਦਾ, ਜਿਹੜੇ ਉਹਨਾਂ ਦੇ ਮਕਾਨ ਮਾਲਿਕ ਉਹਨਾਂ ਦੇ ਪਿੱਛੇ ਪਏ ਹੁੰਦੇ ਸੀਗੇ ਜਾਂ ਕੰਪਨੀਜ਼ ਜਿੱਥੇ ਉਹ ਕੰਮ ਕਰਦੇ ਸੀ, ਜੇ ਉਹਨਾਂ ਨੇ ਉਹਨਾਂ ਦੀ ਬਾਂਹ ਫੜੀ ਹੁੰਦੀ ਨਾ ਤਾਂ ਉਹ 2-2.5 ਮਹੀਨੇ ਮੈਨੂੰ ਨਹੀਂ ਸਮਝ ਆਉਂਦਾ ਕਿੰਨੀ ਕੁ ਔਖੀ ਗੱਲ ਆ। ਤੇ 2-2.5 ਮਹੀਨੇ ਜੇ ਉਹਨਾਂ ਨੂੰ ਰੋਟੀ ਪਾਣੀ ਮਿਲਿਆ ਹੁੰਦਾ ਤਾਂ ਉਹਨਾਂ ਨੇ ਪੰਜਾਬ ਛੱਡ ਭੱਜਣਾ ਹੀ ਨਹੀਂ ਸੀਗਾ। ਲੰਗਰ ਦਾ ਉਹ ਬਾਰ-ਬਾਰ ਧੰਨਵਾਦ ਕਰਦੇ ਸੀ, ਉਹਨਾਂ ਨੂੰ ਰੋਟੀ ਮਿਲ ਜਾਂਦੀ ਸੀ। ਮੀਨਸ ਬੇਸਿਕਲ ਉਹ ਕਿਰਾਇਆਂ ਤੋਂ ਜ਼ਿਆਦਾ ਦੁਖੀ ਸੀ, ਮਕਾਨ ਮਾਲਿਕਾਂ ਤੋਂ। ਇੱਥੇ ਤੁਸੀਂ ਗੱਲ ਕੀਤੀ ਕਿ ਰਾਸ਼ਨ ਜਿਹੜਾ ਹੈਗਾ ਉਦੋਂ ਉਹਨਾਂ ਨੂੰ ਨਹੀਂ ਮਿਲਿਆ ਇਸ ਕਰਕੇ ਉਹ ਪਹੁੰਚ ਰਹੇ ਸੀਗੇ, ਪਰ ਵਿੱਚੋਂ ਦੀ ਗੱਲਾਂ ਇਹ ਵੀ ਨਿਕਲ ਕੇ ਆ ਰਹੀਆਂ ਸੀਗੀਆਂ ਕਿ ਰਾਸ਼ਨ ਤਾਂ ਜੀ ਹਰ ਇੱਕ ਨੂੰ ਮਿਲ ਚੁੱਕਿਆ, 2-2 3-3 ਵਾਰ ਮਿਲ ਚੁੱਕਿਆ। ਆਪਣੇ ਘਰਾਂ ਦੇ ਵਿੱਚ ਲੋਕਾਂ ਨੇ ਭਰਨਾ ਸ਼ੁਰੂ ਕਰਤਾ ਵੀ ਰਾਸ਼ਨ ਦੀ ਸੇਵਾ ਹੁਣ ਨਾ ਕਰੋ, ਰਾਸ਼ਨ ਦੀ ਸੇਵਾ ਹੁਣ ਬੰਦ ਕਰ ਦਿਓ। ਇਹ ਬੜਾ ਕੀ ਕਹਿੰਦੇ ਨੇ ਗੁਲਜਨਦਾਰ ਜੀ ਗੱਲ ਆ। ਕੀ ਆ, ਮੰਨ ਲਓ ਮੈਂ ਅੱਜ ਬੜੀ ਸ਼ਾਨ ਨਾਲ ਇੱਥੇ ਕੈਮਰੇ 'ਤੇ ਕਹਿ ਰਿਹਾ ਜੀ ਅਸੀਂ ਰਾਸ਼ਨ ਵੰਡਿਆ। ਕੀ ਰਾਸ਼ਨ ਵੰਡਿਆ ਸੀ? 10 ਕਿਲੋ 20 ਕਿਲੋ ਇੱਕ ਆਟਾ ਹੁੰਦਾ ਸੀਗਾ, ਨਾਲ ਕਿਲੋ 2 ਕਿਲੋ ਖੰਡ ਲਾ ਕੇ, ਮਤਲਬ ਆਪਾਂ 10-12 ਚੀਜ਼ਾਂ ਆਪਾਂ ਇੱਕ ਵਾਰ ਇੱਕ ਬੰਦੇ ਨੂੰ ਦੇ ਕੇ ਸੋਚਦੇ ਸੀਗੇ ਵੀ ਯਾਰ ਹੁਣ ਅਸੀਂ ਪਤਾ ਨਹੀਂ ਇਹਦਾ ਕੀ ਭਲਾ ਕਰਤਾ। ਤੇ ਉਹ ਰਾਸ਼ਨ ਆਪਾਂ, ਕਿਉਂਕਿ ਇਹ ਗਰੀਬ ਮਿਹਨਤਕਸ਼ ਲੋਕਾਂ ਦੀ ਖੁਰਾਕ ਆਪਣੇ ਆਮ ਨਾਲੋਂ ਜ਼ਿਆਦਾ ਹੁੰਦੀ ਆ, ਤੇ ਉਹ ਜਿਹੜਾ ਰਾਸ਼ਨ ਚਾਹੇ ਸਰਕਾਰ ਦੇ ਰਹੀ ਸੀ ਚਾਹੇ ਕੋਈ ਸਾਡੇ ਵਰਗੀਆਂ ਸੰਸਥਾਵਾਂ ਦੇ ਰਹੀਆਂ ਸੀ, ਉਹ ਹੱਦ ਮੇਰੇ ਖਿਆਲ 'ਚ ਇਹਨਾਂ ਦਾ 4-5-7 ਦਿਨ ਕਹਿ ਲਓ ਆਪਾਂ ਚੱਲ ਜੂਗਾ। 10 ਦਿਨ ਖੁੱਲ੍ਹੇ ਤੋਂ ਖੁੱਲ੍ਹਾ ਚਲੋ ਆਪਾਂ 10 ਦਿਨ ਲਾ ਲਿਆ, ਕਿਉਂਕਿ ਇਹਨਾਂ ਦੇ ਬੱਚੇ ਇਹਨਾਂ ਦੇ ਬੱਚੇ ਵੀ 4-4-5 ਮਤਲਬ ਉਹ ਇਹਨਾਂ ਨੂੰ ਕਈ ਲੋਕ ਇਸ ਗੱਲੋਂ ਕਸੂਰਵਾਰ ਵੀ ਕਰਦੇ ਨੇ ਵੀ ਇਹ ਵੱਧ ਬੱਚੇ ਜੰਮ ਲੈਂਦੇ ਨੇ। ਖੈਰ ਉਹਨਾਂ ਨੂੰ ਆਪਾਂ ਹਾਲੇ ਤੱਕ ਪੜ੍ਹਾ ਸਮਝਾ ਹੀ ਉਹ ਨਾ ਸਕੇ ਆ ਵੀ ਉਹਨਾਂ ਨੂੰ ਹਾਲੇ ਤੱਕ ਬੱਚੇ ਦੋ ਹੀ ਅੱਛੇ, ਉਹ ਚੀਜ਼ਾਂ ਸਮਝ ਹੀ ਨਹੀਂ ਆਈਆਂ। ਖੈਰ ਮੈਂ ਫੇਰ ਵਾਪਸ ਆਉਣਾ ਵੀ ਆਪਾਂ ਨੂੰ ਜਦੋਂ ਇਹ ਰੌਲਾ ਪੈਣਾ ਸ਼ੁਰੂ ਹੋ ਗਿਆ, ਮੈਂ ਸੇਮ ਡੇਜ਼ ਜਦੋਂ ਮੈਂ ਵੀ ਇਹ ਕੁਛ ਵੀਡੀਓਜ਼ ਲੁਧਿਆਣਾ ਸਾਈਡੋਂ ਜਾਂ ਇੱਧਰ ਉੱਧਰੋਂ ਵੇਖੀਆਂ ਵੀ ਇਹਨਾਂ ਕੋਲੇ ਜੀ ਇਹਨਾਂ ਨੇ ਜਮ੍ਹਾਂ ਕਰ ਲਿਆ। ਪਹਿਲੀ ਗੱਲ ਤਾਂ ਕੋਈ ਆਪਾਂ ਹੀਰੇ ਮੋਤੀ ਵੰਡ ਨਹੀਂ ਰਹੇ ਸੀ, ਨੰਬਰ 1। ਦੂਜੀ ਗੱਲ ਅੰਨ ਹੈ, ਦਾਣੇ ਆ, ਰਾਸ਼ਨ ਆ, ਉਹ ਅੱਜ ਨਹੀਂ, ਉਹ ਜੇ ਆਪਾਂ ਕੋਈ ਕਿਸੇ ਬੰਦੇ ਨੂੰ 10 ਦਿਨ ਦਾ ਦੇਣ ਗਏ ਆ, ਜੇ ਉਹਨੇ 20 ਦਿਨ ਦਾ ਵੀ ਲੈ ਲਿਆ ਉਹਦਾ ਉਹ ਵੀ ਮੁੱਕ ਜਾਣਾ। ਉਹ ਚੋਰ ਨਹੀਂ, ਸ਼ਾਇਦ ਉਹਨੇ ਆਪਦੇ ਡਰ ਤੋਂ ਜਾਂ ਬੱਚੇ ਭੁੱਖੇ ਨਾ ਮਰਨ ਕਿਸੇ ਡਰ ਤੋਂ ਲੈ ਕੇ ਇਕੱਠਾ ਵੀ ਕਰ ਲਿਆ ਹੋਣਾ। ਅਪਾਰਟ ਫਰੋਮ ਦੈਟ ਆਪਾਂ ਇੱਕ ਚੀਜ਼ ਹੋਰ ਦੇਖੀਏ, ਉਹੀ ਸੇਮ ਡੇਜ਼ ਜਦੋਂ ਇਹ ਗੱਲਾਂ ਪੈ ਰਹੀਆਂ ਸੀ ਵੀ ਯਾਰ ਬਹੁਤ ਰਾਸ਼ਨ ਇਹਨਾਂ ਨੇ ਇਕੱਠਾ ਕਰ ਲਿਆ, ਉਹ ਸਮੇਂ ਵੀ ਅਸੀਂ ਜਦੋਂ ਕਿਸੇ ਨੂੰ ਰਾਸ਼ਨ ਦਿੰਦੇ ਸੀਗੇ ਥੋੜ੍ਹਾ ਜਿਹਾ ਆਪਦੇ ਆਪ ਨੂੰ ਗਲਤ ਵੀ ਲੱਗਦਾ ਸੀਗਾ, ਪਰ ਸਾਨੂੰ ਵੀ ਸੀ ਯਾਰ ਕਿਸੇ ਗਰੀਬ ਲੋੜਵੰਦ ਕੋਲੇ ਹੀ ਪਹੁੰਚੇ, ਕੋਈ ਗਲਤ ਨਾ ਇਕੱਠਾ ਕਰ ਲੇ। ਤਾਂ ਅਸੀਂ ਉਹਨਾਂ ਦੇ ਕਿਚਨਸ ਦੀਆਂ ਜਾ ਕੇ ਵੀਡੀਓਜ਼ ਸ਼ੂਟ ਕਰ, ਉਹਨਾਂ ਵਿਚਾਰਿਆਂ ਕੋਲੇ ਲਿਟਰਲੀ ਕਮਰਾ ਇੱਕ ਹੁੰਦਾ ਹੈ ਵੀ ਉਹਨਾਂ ਕੋਲੇ ਇੰਨਾ ਕੁਛ ਹੁੰਦਾ ਹੀ ਨਹੀਂ, ਜਾਂ ਕਿਚਨ ਇੱਕ ਵੱਧ ਤੋਂ ਵੱਧ ਰੂਮ ਹੁੰਦਾ। ਤਾਂ ਅਸੀਂ ਉਹਨਾਂ ਦਾ ਹਾਲਾਤ ਦੇਖ ਕੇ ਤਾਂ ਵੱਡਾ ਫਿਰ ਵੀ ਝੂਠ ਬੋਲੂ ਅਸੀਂ ਬੱਚਿਆਂ ਨਾਲ, ਕਿਉਂਕਿ ਉੱਦਾਂ ਹੀ ਬੱਚੇ ਪਿਆਰੇ ਲੱਗਦੇ ਨੇ, ਉਹਨਾਂ ਨਾਲ ਵੈਸੇ ਹੀ ਹੱਸ ਖੇਡ ਕੇ ਅਸੀਂ ਪੁੱਛ ਲੈਂਦੇ ਬੇਟਾ ਕਬ ਰੋਟੀ ਖਾਈ ਥੀ, ਕੱਲ ਕਿਆ ਖਾਇਆ ਥਾ। ਤਾਂ ਉਹਨਾਂ ਦੇ ਬੱਚਿਆਂ ਨਾਲ ਗੱਲ ਕਰਕੇ ਪਤਾ ਲੱਗ ਜਾਂਦਾ ਸੀ ਵੀ ਕਦੋਂ ਕਿਹਨਾਂ ਨੇ ਲਾਸਟ ਰੋਟੀ ਖਾਧੀ ਆ।
ਤੁਸੀਂ ਇਮੋਸ਼ਨਲ ਵੀ ਹੋ ਰਹੇ ਹੋ, ਪਰ ਇੱਥੇ ਮੇਰੇ ਖਿਆਲ ਨਾਲ ਜੇ ਸਰਕਾਰਾਂ ਦੀ ਗੱਲ ਕਰੀਏ, ਸਰਕਾਰਾਂ ਕਿਸੇ ਮੈਨੂੰ ਲੱਗਦਾ ਵੀ ਇਮੋਸ਼ਨਸ ਖਤਮ ਹੀ ਹੋ ਜਾਂਦੇ ਨੇ, ਹੈ ਨਾ, ਕਿਉਂਕਿ ਸਾਡੇ ਅੰਦਰ ਜੇ ਇਮੋਸ਼ਨ ਸੀਗੇ, ਤੁਸੀਂ ਅੱਗੇ ਆਉਣ ਦੀ ਖੇਚਲ ਕੀਤੀ, ਤੁਸੀਂ ਸੋਚਿਆ ਵੀ ਮੈਂ ਮੂਹਰੇ ਆ ਕੇ ਸਾਰਿਆਂ ਵਾਸਤੇ ਕੰਮ ਕਰਾਂ, ਪਰ ਤੁਸੀਂ ਵਿੱਚ ਗੱਲ ਕੀਤੀ ਕਿ ਜਿਹੜੇ ਕਈ ਇੱਦਾਂ ਦੇ ਵੀ ਸੀਗੇ ਸਰਕਾਰੀ ਮੁਲਾਜ਼ਮ ਜਿਹੜੇ ਕਿ ਤੁਹਾਨੂੰ ਬਾਂਹ ਹੀ ਨਹੀਂ ਫੜਾਉਂਦੇ ਸੀਗੇ, ਜਿਹੜੇ ਛੇਤੀ ਛੇਤੀ ਕੰਮ ਕਰਨ 'ਤੇ ਹੀ ਨਹੀਂ ਆਉਂਦੇ ਸੀਗੇ। ਉਹ ਕੀ ਸੀਗਾ, ਉਹ ਕੀ ਵਾਕਿਆ ਸੀਗਾ ਜਦੋਂ ਕਿਸੇ ਨੇ ਤੁਹਾਨੂੰ ਕਿਹਾ ਹੋਵੇ ਕਿ ਨਹੀਂ ਵੀ ਤੁਸੀਂ ਅੱਗੇ ਜਿਸ ਤਰੀਕੇ ਨਾਲ ਆ ਕੇ ਕੰਮ ਕਰ ਰਹੇ ਹੋ ਉੱਥੇ ਕੋਈ ਅੜਚਨ ਆਈ ਹੋਵੇ? ਅਸਲ 'ਚ ਨਾ ਆਪਣੀ ਸਭ ਦੀ ਇੱਕ ਘਾਟ ਕਹਿ ਲਓ, ਆਪਾਂ ਨੂੰ ਗਰੀਬ ਹਮੇਸ਼ਾ ਕੰਮ ਵਾਲਾ ਦਿਖੂਗਾ, ਗਰੀਬ 'ਚ ਮੈਨੂੰ ਮਾਲੀ ਦਿਖੂਗਾ, ਮੈਨੂੰ ਉਹ ਮਜ਼ਦੂਰ ਦਿਖੂਗਾ, ਆਪਾਂ ਉਹਨੂੰ ਇਨਸਾਨ ਕਦੇ ਵੇਖ ਹੀ ਨਹੀਂ ਪਾਉਂਦੇ। ਇਹ ਆਪਣੀ ਮਤਲਬ ਬਹੁਤ ਬੈਡ ਲੱਕ ਹੀ ਕਹੂੰਗਾ, ਅਸਲ 'ਚ ਆਪਾਂ ਇਨਸਾਨ ਨਹੀਂ ਹੈਗੇ। ਦੂਸਰਾ, ਸਾਨੂੰ ਕਈ ਜਗ੍ਹਾ ਪ੍ਰਸ਼ਾਸਨਿਕ ਅਧਿਕਾਰੀ ਬੜੇ ਚਾਅ ਨਾਲ ਕਹਿੰਦੇ ਸੀ ਸਾਡੀ ਜੀ ਬਿਲਡਰਾਂ ਨਾਲ ਮੀਟਿੰਗ ਹੋਈ ਆ, ਹੁਣ ਕੰਮ ਖੁੱਲ੍ਹ ਗਿਆ, ਇਹ ਕੰਮ ਚੋਰ ਨੇ, ਭੱਜਦੇ ਨੇ, ਇਹ 2-2 ਮਹੀਨੇ ਅੰਨ ਖਾਂਦੇ ਰਹੇ। ਮੈਂ ਇੱਕੋ ਗੱਲ ਕਹਿੰਦਾ ਸੀ, ਮੈਂ ਕਿਹਾ ਬਾਈ 2 ਮਹੀਨੇ ਛੱਡੋ, ਜੇ ਕਿਸੇ ਨੇ ਪਿਆਰ ਨਾਲ 2 ਦਿਨ ਵੀ ਇਹਨਾਂ ਦੀ ਬਾਂਹ ਫੜ ਕੇ ਇਹਨਾਂ ਨੂੰ ਰੋਟੀ ਪਾਣੀ ਹੌਸਲਾ ਵੀ ਦਿੱਤਾ ਹੁੰਦਾ ਨਾ, ਇਹ ਜਾਂਦੇ ਨਾ, ਕਿਉਂਕਿ ਅਸੀਂ ਵੀ ਇੰਨਾ ਹੀ ਲੋਕਾਂ ਨਾਲ ਇੰਟਰੈਕਟ ਕੀਤਾ ਹੈ। ਸਾਡੇ ਕੋਲ ਵੀ ਇਹਨਾਂ ਦੇ ਮਤਲਬ ਸਾਡਾ ਵੀ ਇੱਕ ਗਰਾਊਂਡ ਵਰਕ, ਜਿਵੇਂ ਸਾਡੀ ਆਪਦੀ ਟੀਮ ਕੀ ਕਹਿੰਦੇ ਨੇ, ਦਮਨ ਸੀ ਸਾਡੇ ਨਾਲ, ਵਿੱਕੀ ਮਖੂਵੀਰਾ, ਨਵਲੀਨ ਜੀ, ਤੇ ਹੋਰ ਵੀ ਅਸੀਂ ਕਾਫੀ, ਇੱਕ ਅਰਸ਼ਵੀਰ ਹੋ ਗਿਆ, ਵੀ ਮਤਲਬ ਅਸੀਂ ਸਾਰੇ ਹੁੰਦੇ ਸੀ। ਸਾਡੇ ਕੋਲੇ ਵੀ ਇਹਨਾਂ ਦੇ ਆਧਾਰ ਕਾਰਡ, ਹਰ ਚੀਜ਼ ਡਿਟੇਲ ਹੁੰਦੀ, ਕਿਉਂਕਿ ਇਹਨਾਂ ਨੂੰ ਭੇਜਣ ਲਈ ਪਰਮਿਸ਼ਨਾਂ 'ਚ ਸਾਰਾ ਕੁਝ ਨਾ ਲੱਗਦਾ ਸੀਗਾ। ਤਾਂ ਕੁਝ ਕੁ ਜਗ੍ਹਾਵਾਂ 'ਤੇ ਅਧਿਕਾਰੀਆਂ ਨੂੰ ਸਿਰਫ ਇਹ ਲੇਬਰ ਲੱਗਦੀ ਸੀ। ਉਹ ਕਹਿੰਦੇ ਸੀ ਇਹ ਲੇਬਰ ਹੁਣ ਭੱਜੀ ਚੱਲੀ ਆ, ਵੀ ਕੱਲ੍ਹ ਨੂੰ ਸਾਡੇ ਇੱਥੇ ਝੋਨਾ ਕੌਣ ਲਾਊਗਾ, ਇਹ ਕੌਣ ਲਾਊਗਾ। ਮੈਂ ਕਿਹਾ ਯਾਰ ਆਪਾਂ ਪਹਿਲਾਂ ਆਪਦਾ ਸੋਚੀਏ ਕਿ ਉਹਨਾਂ ਦਾ ਸੋਚੀਏ। ਵੀ ਸਵਾਲ ਨਿੱਕਾ ਜਿਹਾ ਸੀਗਾ, ਰਾਈਟ ਟੂ ਲਾਈਫ ਤੇ ਲਿਬਰਟੀ। ਮੈਂ ਕਿਹਾ ਯਾਰ ਉਹ ਵੀ ਇਨਸਾਨ ਨੇ, ਉਹ ਕਿੱਥੇ ਰਹਿਣਾ ਚਾਹੁੰਦੇ ਨੇ, ਕਿੱਥੇ ਜਾਣਾ ਚਾਹੁੰਦੇ ਨੇ, ਉਹਨਾਂ ਦੀ ਨਿੱਜੀ ਸੋਚ ਹੈ ਉਹਨਾਂ ਦੇ। ਉਹ ਆਪਣੇ ਨਾਲੋਂ ਆਪਾਂ ਉਹਨਾਂ ਦਾ ਭਲਾ ਨਹੀਂ ਸੋਚ ਸਕਦੇ, ਉਹ ਆਪਦਾ ਭਲਾ ਆਪਣੇ ਨਾਲੋਂ ਵਧੀਆ ਸੋਚ ਸਕਦੇ ਨੇਗੇ। ਤਾਂ ਕਈ ਥਾਵਾਂ 'ਤੇ ਕੁਛ ਕੁ ਇਹੋ ਜਿਹੇ ਮਤਲਬ ਜਿਹੜੇ, ਕਿਉਂਕਿ ਜਿਵੇਂ ਕੁਛ ਏਰੀਆ 'ਚ ਬਿਲਡਿੰਗਸ ਜ਼ਿਆਦਾ ਨੇ, ਬਿਲਡਰਾਂ ਦੇ ਪਿੱਛੇ ਲੱਗੇ, ਤਾਂ ਉਹਨਾਂ ਨੂੰ ਉਹ ਸ਼ਾਇਦ ਕੁਛ ਬਿਲਡਰਾਂ ਦਾ ਪ੍ਰੈਸ਼ਰ ਹੋਊਗਾ, ਉਹ ਕਹਿ ਦਿੰਦੇ ਸੀ ਪ੍ਰਸ਼ਾਸਨਿਕ ਅਧਿਕਾਰੀ ਵੀ ਸਾਡੀ ਬਿਲਡਰਾਂ ਨਾਲ ਮੀਟਿੰਗ ਹੋਈ ਆ। ਅਤੇ ਕੰਮ ਤਾਂ ਹਾਲੇ ਤੱਕ ਜਿਵੇਂ ਕਈ ਆਫਿਸਿਸ ਨਹੀਂ ਖੁੱਲ੍ਹੇ, ਤਾਂ ਉੱਥੇ ਜਿਹੜੇ ਵਰਕਰਸ ਨੇ, ਕੋਈ ਚਾਹ ਪਾਣੀ ਪਿਲਾਉਣ ਵਾਲੇ, ਹਜੇ ਤੱਕ ਮਤਲਬ ਬੱਸਾਂ ਆਪਾਂ ਭੇਜੀਆਂ ਜਾਂ ਹੈ ਨਾ, ਹੋਰ ਕਈ ਘਰਾਂ ਨੂੰ ਚਲੇ ਗਏ, ਪਰ ਜਿਹੜੇ ਉਰੇ ਵੀ ਨੇ ਆਪਾਂ ਉਹਨਾਂ ਦਾ ਵੀ ਕੀ ਕਰ ਰਹੇ ਹਾਂ, ਆਪਾਂ ਉਹਨਾਂ ਨੂੰ ਵੀ ਕੀ ਅੱਗੇ ਰੋਟੀ ਦੇ ਰਹੇ ਹਾਂ। ਮੀਨਸ ਮੈਂ ਖੁਦ ਜਿੱਦਾਂ ਫਿਲਮ ਲਾਈਨ ਤੋਂ ਹਾਂ, ਤਾਂ ਇੱਕ ਫਿਲਮ ਦੀ ਸ਼ੂਟਿੰਗ 'ਤੇ 100 ਕੁ ਲੋਕ ਹੁੰਦੇ ਸੀਗੇ, ਜਿਹਦੇ 'ਚ ਸਪੋਟ ਬॉय ਲਾ ਲਓ, ਲਾਈਟ ਵਾਲੇ ਲਾ ਲਓ, ਹਰ ਤਰ੍ਹਾਂ ਦੇ, ਗਰੀਬ ਅਮੀਰ ਮਿਕਸ, ਜੇ ਮਿਡਲ ਕਲਾਸ, ਹਰ ਤਰ੍ਹਾਂ ਦੇ ਲੋਕ ਹੁੰਦੇ ਸੀ। ਹੁਣ ਸਾਡੀਆਂ 3-4 ਮਹੀਨੇ ਤੋਂ ਸ਼ੂਟਿੰਗਸ ਬੰਦ ਨੇ, ਅਤੇ ਹਜੇ ਤੱਕ ਸਾਡੇ ਕੋਲ ਅਗਲੀ ਗਾਈਡਲਾਈਨਸ ਨਹੀਂ ਹੈਗੀਆਂ। ਗਾਣੇ ਵਗੈਰਾ, ਵੈਬ ਸੀਰੀਜ਼, ਛੋਟੀਆਂ ਚੀਜ਼ਾਂ ਅਸੀਂ 15-20 ਦੇ ਯੂਨਿਟ ਨਾਲ ਕਰ ਸਕਦੇ ਹਾਂ, ਪਰ ਇੱਕ ਕੰਮ ਜੀ ਤੋਂ ਪਹਿਲਾਂ 100 ਲੋਕ, ਹੈ ਨਾ, ਹੁਣ ਉਹ 'ਚੋਂ ਆਪਾਂ 100 'ਚੋਂ ਸਿਰਫ 20 ਨੂੰ ਇਜਾਜ਼ਤ ਦੇ ਰਹੇ ਹਾਂ, ਬਾਕੀ 80, ਹੈ ਨਾ, ਬਾਕੀ 80 ਗੁਣਾ, ਇਹ ਮੈਂ ਇੱਕ ਫਿਲਮ ਜਾਂ ਇੱਕ ਚੀਜ਼ ਦੀ ਗੱਲ ਕਰ ਰਿਹਾ, ਬਾਕੀ 80 ਗੁਣਾ ਸੈਂਕੜੇ ਫਿਲਮਾਂ ਪੰਜਾਬ 'ਚ ਬਣਦੀਆਂ ਨੇ, ਅਤੇ ਵੱਡਾ ਹਿੱਸਾ ਰੈਵਨਿਊ ਵੀ ਕਹਿ ਲਓ ਆਪਾਂ, ਅਸੀਂ ਟੈਕਸਿਸ ਦਿੰਦੇ ਹਾਂ ਫਿਲਮਾਂ ਵਾਲੇ, ਤਾਂ ਉਹ ਸਰਕਾਰ ਕੋਲੇ ਪਹੁੰਚਦਾ। ਅਤੇ ਇਸ ਟਾਈਮ ਮੇਨ ਮੁੱਦਾ ਰੋਟੀ ਬਣਿਆ ਹੋਇਆ, ਕੰਮ, ਮੁੱਢਲੇ ਕੰਮ ਬਣਿਆ ਹੋਇਆ, ਕਿਰਾਏ ਬਣੇ ਹੋਏ ਨੇਗੇ, ਹੈ ਨਾ। ਜਾਂ ਤਾਂ ਜੇ ਮੈਂ ਇੱਥੇ ਰਹਿਣਾ ਵੀ ਹਲੇ ਕੁਛ ਦਿਨ ਸ਼ੂਟਿੰਗਾਂ ਨਹੀਂ ਚੱਲ ਰਹੀਆਂ, ਮੈਂ ਪਿੰਡ ਵੀ ਨਹੀਂ ਮੁੜ ਸਕਦਾ, ਠੀਕ ਹੈ। ਵੀ ਜਿਹੜੇ ਲੋਕ ਕਿਰਾਇਆਂ 'ਤੇ ਰਹਿ ਰਹੇ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਅਤੇ ਕਮਾਈਆਂ ਅੱਜ ਕੱਲ੍ਹ ਸ਼ਹਿਰਾਂ ਦੇ ਖਰਚੇ ਇੰਨੇ ਨੇ ਕਿ ਵੀ ਆਈ ਚਲਾਈਏ ਸਭ ਦੀ ਚੱਲਦੀ ਆ, ਉਹ ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਮਤਲਬ ਅਮੀਰ ਵੀ ਇੱਕ ਥਾਂ 'ਤੇ ਗਰੀਬ ਹੀ ਹੋ ਜਾਂਦੇ ਨੇ, ਸਾਰੇ ਪਾਸੇ ਇੱਕੋ ਜਿਹਾ ਹਾਲ ਆ। ਤਾਂ ਸਰਕਾਰ ਨੂੰ ਇੱਕ ਸਾਡੇ ਵੱਲੋਂ ਬੇਨਤੀ ਵੀ ਹੈ, ਜਿੰਨੀ ਜਲਦੀ ਹੋ ਸਕਦਾ ਸਾਡੀਆਂ ਮੁਕੰਮਲ ਫਿਲਮਾਂ ਸ਼ੁਰੂ ਕਰਵਾਈਆਂ ਜਾਣ। ਹਾਂ, ਧਿਆਨ ਹਰ ਬੰਦਾ ਆਪਦੀ ਜਾਨ ਦਾ ਆਪ ਜ਼ਿੰਮੇਵਾਰ ਹੈ, ਉਹ ਆਪ ਹੀ ਧਿਆਨ ਰੱਖੂਗਾ। ਲਾਈਕ ਹਰ ਬੰਦਾ, ਵੈਸੇ ਵੀ ਫਿਲਮਾਂ ਅਸੀਂ ਲਾਈਟਾਂ ਦੂਰ ਹੀ ਖੜੇ ਹੁੰਦੇ ਹਾਂ ਜੀ, ਸਾਰਾ ਕੁਛ ਵੀ ਜੋ ਸਾਨੂੰ ਉੱਪਰੋਂ ਰੂਲਸ ਰੈਗੂਲੇਸ਼ਨਸ ਜੋ ਦੱਸੇ ਜਾਣਗੇ, ਉਹ ਅਸੀਂ ਪੂਰੀ ਉਹਦੇ ਨਾਲ ਕਿ ਆਪਣੇ ਇਹ ਅਬਜ਼ਰਵਰ ਲਾ ਦੇਣ, ਜੋ ਵੀ ਕਰ ਦੇਣ, ਪਰ ਇੱਕ ਵਾਰੀ ਇਹ ਪਰਮਿਸ਼ਨਸ ਖੋਲ੍ਹਣ ਜਿੱਦਾਂ ਵੀ ਕਰਕੇ। ਬਿਲਕੁਲ, ਜਿਵੇਂ ਤੁਸੀਂ ਵਿੱਚ ਗੱਲ ਕੀਤੀ ਕਿ ਤੁਸੀਂ ਐਂਟਰਟੇਨਮੈਂਟ ਇੰਡਸਟਰੀ ਤੋਂ, ਕਈ ਇੱਦਾਂ ਦੀਆਂ ਚੀਜ਼ਾਂ ਵੀ, ਇੱਦਾਂ ਦੇ ਮਾਮਲੇ ਵੀ ਬਾਹਰ ਆਏ ਜਿੱਥੇ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਸੀਗੇ। ਜਿਵੇਂ ਤੁਸੀਂ ਗੱਲ ਕੀਤੀ 100 ਜਣੇ ਕੰਮ ਕਰਦੇ ਸੀ, ਤਾਂ ਹੁਣ 20 ਨੂੰ ਪਰਮਿਸ਼ਨ ਮਿਲ ਰਹੀ ਹੈ, ਤਾਂ ਉਹ ਇੱਕ ਤਰੀਕੇ ਨਾਲ ਬੇਰੁਜ਼ਗਾਰ ਹੋ ਗਏ ਸੀਗੇ। ਉਹਨਾਂ ਨੂੰ ਆਪਣੇ ਪੇਮੈਂਟਸ ਵਾਸਤੇ ਬੜੀ ਮਿੰਨਤਾਂ ਕਰਨੀਆਂ ਪੈ ਰਹੀਆਂ ਸੀਗੀਆਂ ਪ੍ਰੋਡਿਊਸਰਸ ਨੂੰ ਵੀ, ਭਾਈ ਸਾਡੇ ਪੈਸੇ ਹਲੇ ਤੱਕ ਪਏ ਨੇ। ਕੁਝ ਇੱਦਾਂ ਦੇ ਵੀ ਸੀਗੇ 2 ਕੇਸਿਸ ਆਏ ਜਿਨ੍ਹਾਂ ਨੇ ਸੁਸਾਈਡ ਤੱਕ ਕਰ ਲਿਆ। ਤੁਹਾਨੂੰ ਲੱਗਦਾ ਵੀ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਇਸ ਵੇਲੇ ਕੰਮ ਕਰਨ ਦੀ? ਸਰਕਾਰ ਨੇ ਕੀ ਐਂਟਰਟੇਨਮੈਂਟ ਇੰਡਸਟਰੀ ਵੱਲ ਧਿਆਨ ਦਿੱਤਾ? ਮੈਂ ਸਰਕਾਰ 'ਤੇ ਚਲੋ ਦੋਸ਼ ਤਾਂ ਕੀ ਲਾਉਣੇ ਨੇ, ਪਰ ਇਹ ਸਾਡੀ ਮਤਲਬ ਹੈ ਨਾ, ਸਭ ਕੁਛ ਹੋਣ ਦੇ ਬਾਵਜੂਦ ਪ੍ਰਸਿੱਧੀ ਇਸ ਇੰਡਸਟਰੀ ਦੀ ਬਹੁਤ ਆ, ਹੈ ਨਾ। ਸਭ ਤੋਂ ਐਂਟਰਟੇਨਮੈਂਟ ਇੰਡਸਟਰੀ ਨੇ ਇਸ ਟਾਈਮ ਆਪਦੀ ਇੱਕ ਵਧੀਆ ਸੋਲਿਡ ਭੂਮਿਕਾ ਵੀ ਨਿਭਾਈ ਆ, ਚਾਹੇ ਸਤਿੰਦਰ ਸਰਤਾਜ ਭਾਜੀ ਹੋਰੀ ਲਾ ਲਓ, ਜਾਂ ਹੋਰ ਵੀ ਕਾਫੀ ਸਾਡੇ ਕਲਾਕਾਰ ਭਰਾ ਅੱਗੇ ਆ ਕੇ, ਮਨਕੀਰਤ ਔਲਖ ਵੀਰੇ ਹੋਰੀ ਲਾ ਲਓ, ਐਮੀ ਭਾ ਹੋਰੀ ਵੀ ਲਾ ਲਓ, ਵੀ ਉਹਨਾਂ ਨੇ ਰਾਸ਼ਨ ਵੀ ਦਿੱਤਾ। ਅਤੇ ਇੱਕ ਇਸ ਤੋਂ ਇਲਾਵਾ ਹਿੰਦੀ ਪੰਜਾਬੀ ਇੰਡਸਟਰੀ ਦੇ ਲੋਕਾਂ ਨੇ ਘਰਾਂ 'ਚ ਰਹਿ ਕੇ, ਚਾਹੇ ਉਹ ਇੰਸਟਾ ਦੇ ਥਰੂ ਲਾਈਵ ਹੋ ਕੇ, ਉਹਨਾਂ ਨੂੰ ਘਰਾਂ 'ਚ ਰਹਿਣ ਲਈ ਪ੍ਰੇਰਿਆ ਲੋਕਾਂ ਨੂੰ, ਆਮ ਲੋਕਾਂ ਨੂੰ, ਕਿਉਂਕਿ ਲੋਕ
ਐਕਟਰਾਂ ਨੂੰ ਫੋਲੋ ਕਰਦੇ ਨੇ ਹਨਾ। ਉਹ ਜਿਵੇਂ ਐਕਟਰ ਕੋ ਕੋਲਗੇਟ ਕਰ ਲਓ ਜਾਂ ਕਿਸੇ ਵੀ ਬ੍ਰਾਂਡ ਦਾ ਨਾਮ ਲੈਂਦਾ, ਉਹ ਖਰੀਦਣ ਚਲੇ ਜਾਂਦੇ ਨੇਗੇ, ਲੋਕਾਂ ਦੇ ਡਾਇਰੈਕਟ ਅਸਰ ਕਰਦੇ ਨੇ। ਤਾਂ ਇਸ ਟਾਈਮ ਐਂਟਰਟੇਨਮੈਂਟ ਇੰਡਸਟਰੀ ਨੇ, ਸਿੰਗਰਸ ਨੇ, ਐਕਟਰਸ ਨੇ ਆਪਣੀ ਇੱਕ ਸੋਲਿਡ ਭੂਮਿਕਾ ਨਿਭਾਈ ਹਨਾ। ਜੇ ਮੈਂ ਵੀ ਥੋੜ੍ਹਾ ਬਹੁਤ ਕੰਮ ਕੀਤਾ ਤਾਂ ਮੇਰੇ ਨਾਲ ਵੀ ਕਾਫੀ ਕਰਮਜੀਤ ਅਨਮੋਲ ਬਾਈ ਹੋਰੀ, ਹੋਰ ਕਾਫੀ ਆਰਟਿਸਟਾਂ ਦੀ, ਸਾਨੂੰ ਗੁਰਪ੍ਰੀਤ ਘੁੱਗੀ ਭਾਜੀ ਹੋਰੀ ਲਾ ਲਓ, ਮਲਕੀਤ ਰੌਣੀ ਸਾਡੇ ਵੱਡੇ ਭਾਜੀ ਹੋਰੀ ਵੀ, ਉਹਨਾਂ ਦਾ ਕਿਉਂਕਿ ਇੰਡਸਟਰੀ ਨੂੰ ਇੰਨਾ ਭਾਜੀ ਹੋਰਾਂ ਨੇ ਵੀ ਜਿੱਦਾਂ ਕੁਛ ਜਿਹੜੀ ਜਗ੍ਹਾ ਤੇ ਲੋੜਵੰਦ ਹੁੰਦੇ ਸੀਗੇ ਸਪੌਟ ਬਾਈ ਆ, ਜਿਨ੍ਹਾਂ ਨੂੰ ਰਾਸ਼ਨ ਕਿੰਨੀ ਕੁ ਦੇਰ, ਪਰ ਇਹ ਕਿੰਨੀ ਕੁ ਦੇਰ ਇਹ ਪਹੁੰਚਵਾ ਦਿੰਦੇ ਆ ਸਾਰਾ ਕੁਛ ਆ ਜਾ ਕੇ। ਅਸੀਂ ਸਰਕਾਰ ਲਈ ਖੜ੍ਹੇ ਹਾਂ, ਸਰਕਾਰ ਨੂੰ ਵੀ ਬੇਨਤੀ ਆ ਵੀ ਸਰਕਾਰ ਵੀ ਸਾਡੇ ਲਈ ਖੜ੍ਹੇ, ਇਸ ਇੰਡਸਟਰੀ ਲਈ ਖੜ੍ਹੇ। ਸਾਨੂੰ ਜਿੰਨੀ ਜਲਦੀ ਹੁੰਦਾ ਵੀ ਵਿਸਾਰੋ ਨਾ ਹੈ ਨਾ। ਵੀ ਵੈਸੇ ਤਾਂ ਕਿਤੇ ਵੀ ਰੂਲਸ ਬਣਦੇ ਨੇ, ਤੁਹਾਨੂੰ ਮੌਲਸ ਯਾਦ ਨੇ, ਤੁਹਾਨੂੰ ਦੁਕਾਨਾਂ ਯਾਦ ਨੇ, ਉਹ ਵੀ ਸਾਡੇ ਭਰਾ ਨੇ, ਕੋਈ ਚਾਚੇ ਤਾਏ ਮਾਮੇ ਸਾਰੇ ਹੀ ਹੋਣਗੇ, ਪਰ ਸਾਡੇ ਵੀ ਕਿੱਤੇ 'ਚ ਬਹੁਤ ਜਣੇ ਰੋਟੀ ਖਾਂਦੇ ਨੇ, ਵੀ ਸਾਡਾ ਵੀ ਸਭ ਦਾ ਸੋਚਿਆ ਜਾਏ। ਪਰ ਕਈ ਵਾਰ ਇਦਾਂ ਸੱਚੀ 'ਚ ਹੁੰਦਾ, ਜਦੋਂ ਤੁਸੀਂ ਕਿਸੇ ਦੀ ਮਦਦ ਕਰਨ ਜਾਂਦੇ ਹੋ ਤਾਂ ਅੱਗੋਂ ਦੀ ਬਾਅਦ 'ਚ ਗੱਲ ਕੁਝ ਹੋਰ ਹੀ ਨਿਕਲਦੀ ਹੈ, ਬਾਅਦ 'ਚ ਪਤਾ ਲੱਗਦਾ ਅੱਛਾ ਇਹ ਤਾਂ ਲੋੜਵੰਦ ਸੀਗਾ ਹੀ ਨਹੀਂ ਜਿਹਦੀ ਅਸੀਂ ਮਦਦ ਕਰ ਰਹੇ ਹਾਂ। ਇੱਦਾਂ ਦਾ ਵੀ ਕੋਈ ਮਾਮਲਾ ਵਿੱਚ? ਹਾਂ, ਇੱਕ ਅੱਧੀ ਵਾਰ ਹੋ ਜਾਂਦਾ, ਫਿਰ ਐਂ ਸੋਚੀਦਾ ਵੀ ਚੱਲ ਯਾਰ ਕੋਈ ਨਹੀਂ, ਉਹ ਜਾਣੇ ਸਭ ਕੁਝ ਹੁੰਦਾ, ਇਹ 'ਚ ਕੋਈ ਦੋ ਰਾਏ ਨਹੀਂ ਗੀ ਹੈ ਨਾ। ਵੀ ਕੀ ਕਹਿੰਦੇ ਨੇ ਕਿ ਹਰ ਤਰ੍ਹਾਂ ਦਾ, ਜਿੱਦਾਂ ਆਪਾਂ ਕਹਿ ਦਈਏ ਵੀ ਉੱਪਰ ਤੋਂ ਲੈ ਕੇ ਥੱਲੇ ਤੱਕ ਹੈ ਨਾ, ਭ੍ਰਿਸ਼ਟਾਚਾਰ ਆਪਣੇ ਦੇਸ਼ ਦੀ ਵੀ ਬੈਠਾ ਹੀ ਆ ਜੜ੍ਹਾਂ 'ਚ, ਤਾਂ ਉੱਪਰ ਤੋਂ ਲੈ ਕੇ ਥੱਲੇ ਤਰ੍ਹਾਂ ਹਰ ਤਰ੍ਹਾਂ ਦੇ ਲੋਕ ਮਿਲ ਜਾਂਦੇ ਨੇ। ਇੱਕ ਅੱਧੀ ਵਾਰ ਸਮਝ ਵੀ ਆ ਜਾਂਦਾ ਸੀ ਵੀ ਯਾਰ ਸ਼ਾਇਦ ਇਹ ਬੰਦੇ ਨੂੰ ਇੰਨਾ ਲੋੜ ਨਹੀਂ ਸੀਗੀ, ਤਾਂ ਫਿਰ ਪਰ ਇਹ ਹੁੰਦਾ ਵੀ ਚਲੋ ਹੈ ਨਾ, ਦੁਨੀਆ ਚੱਲੋ ਚੱਲੀ ਦਾ ਮੇਲਾ, ਵੀ ਜੇ 10 ਮਗਰ 1-2 ਇੱਦਾਂ ਦੇ ਲੰਘ ਜਾਣ ਤਾਂ ਕੋਈ ਬੁਰਾ ਨਹੀਂ। ਹਾਂ, ਜੇ ਲੋੜਵੰਦ ਛੱਡ ਕੇ ਇੱਦਾਂ ਦੇ ਲੋਕਾਂ ਦੇ ਢਿੱਡ ਭਰੇ ਜਾਣ, ਉਹ ਫਿਰ ਸਾਡੇ ਵਰਗੇ ਸੋ ਕੋਲਡ ਸਮਾਜ ਸੇਵੀ ਕਹਿ ਲਓ ਜਾਂ ਜਿਹੜੇ ਅੱਗੇ ਲੱਗਿਆਂ ਤਾਂ ਬਹੁਤ ਰਿਸਪੌਂਸਿਬਿਲਿਟੀ ਹੋ ਜਾਂਦੀ ਆ। ਫੋਰ ਐਗਜ਼ਾਮਪਲ ਹੁਣ ਜਿੱਦਾਂ ਸਾਨੂੰ ਮੈਂ ਇੱਥੇ ਨਾ ਇੱਕ ਪੱਤਰਕਾਰਾਂ ਦਾ ਵੀ ਕੁਛ ਐਡ ਕਰਨਾ ਚਾਹੂੰਗਾ। ਧੰਨਵਾਦ ਪਹਿਲਾਂ ਤਾਂ ਤੁਹਾਡਾ ਵੀ ਇੱਥੇ ਆਉਣ ਲਈ, ਮਾਫੀ ਮੈਂ ਤੁਹਾਨੂੰ ਕੀ ਕਹਿੰਦੇ ਨੇ ਨਾ ਹਾਂ ਜੀ ਕਰ ਰਿਹਾ ਸੀ, ਉਹ ਕੁਛ ਕੁ ਨਿੱਜੀ ਉਹ ਸੀਗੇ ਵੀ ਲੱਗਦਾ ਵੀ ਆਪਾਂ ਇਹਨਾਂ ਚੀਜ਼ਾਂ ਦੀ ਲਾਈਮਲਾਈਟ ਨਹੀਂ ਲੈਣੀ ਚਾਹੀਦੀ। ਉੱਦਾਂ ਫਿਰ ਇਹ ਵੀ ਡਰ ਰਹਿੰਦਾ ਵੀ ਕੱਲ੍ਹ ਨੂੰ ਜਦੋਂ ਅਸੀਂ ਅੱਗੇ ਨੂੰ ਆਪਦੀਆਂ ਵੈੱਬ ਸੀਰੀਜ਼ ਅਸੀਂ ਕਰ ਰਹੇ ਹਾਂ, ਅਸੀਂ ਜਦੋਂ ਫਿਲਮਾਂ ਕਰ ਰਹੇ ਹਾਂ, ਵੀ ਫਿਰ ਤੁਹਾਨੂੰ ਬੁਲਾਵਾਂਗੇ, ਫਿਰ ਤੁਸੀਂ ਨਾ ਨਖਰਾ ਕਰ ਜਾਓ। ਅਤੇ ਗੱਲ ਕਰ ਰਹੇ ਸੀ ਆਪਾਂ ਵੀ ਕੁਛ ਰਿਪੋਰਟਰਸ ਨੇ ਬਹੁਤ ਪੋਜ਼ੀਟਿਵ ਭੂਮਿਕਾ ਨਿਭਾਈ। ਫੋਰ ਐਗਜ਼ਾਮਪਲ ਇੱਕ HT 'ਚ ਨਿਊਜ਼ ਛਪੀ ਸੀ, ਇੱਕ ਲੇਡੀਜ਼ ਟ੍ਰੇਨ 'ਤੇ ਚੜ੍ਹਨ ਲੱਗੀ ਤਾਂ ਉਹਨਾਂ ਨੇ ਬੇਬੀ ਨੂੰ ਉੱਥੇ ਹੀ ਜਨਮ ਦਿੱਤਾ, ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀਗਾ। ਸਾਡੇ ਲਹਿਰੇ ਤੋਂ ਜਾਂ ਰਾਵੀ ਸ਼ਾਇਦ ਉਹਨਾਂ ਨੇ ਮੇਰੇ ਮਿਸਿਜ ਨੂੰ ਇਹ ਗੱਲ ਦੱਸੀ, ਅਤੇ ਫਿਰ ਅਸੀਂ ਉਸ ਫੈਮਿਲੀ ਨੂੰ ਮਿਲੇ। ਕੱਲ੍ਹ ਹੀ ਮੈਂ ਇਹ ਸਟੋਰੀ ਇੰਸਟਾ 'ਤੇ ਵੀ ਸ਼ੇਅਰ ਕੀਤੀ ਹੈ। ਉਸ ਫੈਮਿਲੀ ਨੇ ਮਤਲਬ 1-2 ਜਿੰਨੀ ਕੁ ਅਸੀਂ ਹੈ ਨਾ, ਸਾਨੂੰ ਇੱਕ ਵੱਡਾ ਤਬਕਾ ਲੋਕਾਂ ਦਾ ਸਪੋਰਟ ਕਰ ਰਿਹਾ ਸੀ। ਅਸੀਂ ਅੱਗੇ ਅਸੀਂ ਫਰੰਟ ਫੇਸ ਸੀ, ਹੋਰ ਕੁਛ ਨਹੀਂ ਗਾ ਕਰਨ ਵਾਲੇ, ਹੋਰ ਬਥੇਰੇ ਦਾਨੀ ਸੱਜਣ ਮਿੱਤਰ ਬੈਠੇ ਨੇਗੇ। ਉਸ ਪਰਿਵਾਰ ਦੀ 1-2 ਵਾਰ ਜਿੰਨੀ ਕੁ ਸਪੋਰਟ ਕਰ ਹੋਈ ਕੀਤੀ, ਤਾਂ ਉਹ ਪਰਿਵਾਰ ਨੇ ਨਾ ਆਪਣੇ ਜਿਹੜੇ ਬੱਚੇ ਦਾ, ਨਿਊਬੋਰਨ ਬੇਬੀ ਦਾ ਨਾਮ ਨਹੀਂ ਰੱਖਿਆ। ਉਹ ਕਹਿੰਦੇ ਜੀ ਇਹਦਾ ਨਾਮ ਤੁਸੀਂ ਰੱਖੋਗੇ, ਹਾਂ ਵੀ ਤੁਸੀਂ ਰੱਖੋਗੇ। ਉਹਨਾਂ ਨੇ ਸਾਡੇ ਤੋਂ ਆਪਣੇ ਬੱਚੇ ਦਾ ਨਾਮ ਰਖਵਾਇਆ, ਅਤੇ ਕਹਿੰਦੇ ਯਾਰ ਅਸੀਂ ਕਿਤੇ ਵੀ ਹੋਵਾਂਗੇ ਵੀ ਸਾਨੂੰ ਵਧੀਆ ਲੱਗੂਗਾ, ਸਾਨੂੰ ਯਾਦ ਰਹੂਗਾ ਵੀ ਇਸ ਬੱਚੇ ਦੀ ਪੈਦਾਇਸ਼ 'ਤੇ ਅਸੀਂ ਪੰਜਾਬ ਸੀ, ਸਾਡੀ ਕਿਸੇ ਨੇ ਸਪੋਰਟ ਕੀਤੀ ਸੀ ਅਤੇ ਉਹਨਾਂ ਨੇ ਇਹਦਾ ਨਾਮ ਰੱਖਿਆ ਸੀ। ਮੀਨਜ਼ ਇਹ ਛੋਟੇ ਛੋਟੇ ਸਾਡੇ ਆਪਦੇ ਆਪ 'ਚ ਸਾਡੇ ਲਈ ਇਹ ਸਨਮਾਨ ਪੱਤਰ ਨੇ, ਸਾਡੇ ਲਈ ਹਰ ਤਰ੍ਹਾਂ ਦੀ ਸ਼ੀਲਡ ਹੈ, ਸਾਡੇ ਲਈ ਇਹ ਸਭ ਕੁਛ ਆ। ਜਿਵੇਂ ਕਿ ਤੁਸੀਂ ਗੱਲ ਕੀਤੀ ਪਰਿਵਾਰ ਦੀ, ਸੋ ਪਰਿਵਾਰ ਤੁਹਾਡਾ ਵੀ ਹੈ। ਤੁਸੀਂ ਕਿਹਾ ਵੀ ਮੈਂ ਤਾਂ ਆਪਣੀ ਫਿਕਰ ਨਹੀਂ ਕੀਤੀ ਵੀ ਮੈਂ ਕੰਮ ਕਰੂੰਗਾ ਅੱਗੇ ਜਾ ਕੇ ਅਤੇ ਉੱਥੇ ਕੋਈ ਇੱਦਾਂ ਦੀ ਕੋਈ ਗੱਲ ਨਾ ਹੋ ਜਾਵੇ, ਵੀ ਉੱਥੇ ਵੀ ਇੱਦਾਂ ਦੀ ਪ੍ਰੋਬਲਮ ਹੋ ਜਾਵੇ ਜਿੱਥੇ ਇਹ ਬਿਮਾਰੀ ਫੈਲਣੀ ਸ਼ੁਰੂ ਹੋ ਜਾਵੇ, ਜਾਂ ਤੁਸੀਂ ਇਹ ਸੋਚਿਆ ਵੀ ਮੈਂ ਆਪਣੀ ਪਰਵਾਹ ਨਹੀਂ ਕੀਤੀ ਵੀ ਮੈਨੂੰ ਨਾ ਕੁਝ ਹੋ ਜਾਵੇ, ਅਸੀਂ ਦੂਸਰਿਆਂ ਦੇ ਲਈ ਅੱਗੇ ਆਏ। ਪਰ ਪਰਿਵਾਰ ਜਿਹੜਾ ਹੁੰਦਾ ਉਹ ਅਕਸਰ ਆਪਣੇ ਬਾਰੇ ਸੋਚਦਾ, ਜਿਹੜੇ ਮਾਂ-ਬਾਪ ਹੁੰਦੇ ਨੇ ਆਪਣੇ ਬੱਚੇ ਬਾਰੇ ਸੋਚਦੇ ਨੇ, ਵਾਈਫ ਹੁੰਦੀ ਹੈ ਆਪਣੇ ਹਸਬੈਂਡ ਬਾਰੇ ਸੋਚਦੀ ਹੈ। ਤੁਹਾਡੇ ਘਰਦਿਆਂ ਨੇ ਨਹੀਂ ਕਿਹਾ ਤੁਹਾਨੂੰ ਇੱਕ ਵਾਰ ਵੀ, ਜਾਂ ਰੋਕਿਆ ਤੁਹਾਨੂੰ ਕਿ ਨਹੀਂ ਵੀ ਤੁਹਾਨੂੰ ਵੀ ਕੁਝ ਹੋ ਸਕਦਾ? ਮੇਰੇ ਕੁਛ ਕੁ ਦੋਸਤ ਦੱਸਦੇ ਰਹਿੰਦੇ ਯਾਰ ਵੀ ਫਲਾਣੀ ਥਾਂ ਫਲਾਣੇ ਬੰਦੇ ਲੰਗਰ ਬਣਾਉਂਦੇ ਸੀ, ਵੀ ਉਹਨਾਂ ਨੂੰ ਹੋ ਗਿਆ, ਪਟਿਆਲੇ ਆਹ ਹੋ ਗਿਆ, ਵੀ ਤੁਸੀਂ ਆਪਣਾ ਧਿਆਨ ਰੱਖੋ। ਅਸੀਂ ਰੱਖਦੇ ਸੀਗੇ, ਅਤੇ ਸ਼ੁਰੂ ਚ ਕਰੋਨਾ ਦਾ ਡਰ ਬਹੁਤ ਜ਼ਿਆਦਾ ਸੀਗਾ। ਹੁਣ ਵੀ ਸਾਨੂੰ ਡਰ ਮੰਨਣਾ ਚਾਹੀਦਾ, ਮਤਲਬ ਕਿਤੇ ਨਾ ਕਿਤੇ ਚੀਜ਼ ਤਾਂ ਹੈਗੀ ਆ ਜਿਹੜੀ ਐਡੀ ਦੁਨੀਆ ਰੋਕਤੀ ਇਹ 'ਚ ਹੈ ਨਾ। ਸਾਨੂੰ ਆਪਣਾ ਸੋਸ਼ਲ ਡਿਸਟੈਂਸਿੰਗ, ਮਾਸਕ ਵਗੈਰਾ ਸਾਰਾ ਕੁਛ ਪ੍ਰੋਪਰ ਰੱਖਣਾ ਚਾਹੀਦਾ, ਅਤੇ ਅਸੀਂ ਇਹਨੂੰ ਬਹੁਤ ਲਾਈਟਲੀ ਲੈਣ ਲੱਗ ਗਏ। ਹੁਣ ਸਰਕਾਰ ਨੇ ਥੋੜ੍ਹੀ ਜਿਹੀ ਖੁੱਲ੍ਹ ਦੇਤੀ, ਤਾਂ ਕੀ ਕਹਿੰਦੇ ਨੇ ਅਸੀਂ ਇਹਨੂੰ ਬਹੁਤ ਨੋਰਮਲੀ ਹੈ ਨਾ, ਆਪਾਂ ਪਹਿਲਾਂ ਵਾਂਗੂ ਮਿਲਦੇ ਹਾਂ, ਅਤੇ ਪੰਜਾਬੀ ਆਪਾਂ ਨੂੰ ਲੱਗਦਾ ਲੈ ਫਿਰ ਕੀ ਹੁੰਦਾ, ਸਾਨੂੰ ਕੀ ਕਰ ਲੂ, ਹੈਲੋ ਹੈ ਨਾ, ਗਲੇ ਮਿਲਣਾ। ਵੀ ਆਪਾਂ ਨੂੰ ਥੋੜ੍ਹੀ ਜਿਹੀ ਸਮਾਂ ਜਜ਼ਬਾਤਾਂ 'ਤੇ ਕਾਬੂ ਕਰਕੇ ਆਪਾਂ ਨੂੰ ਸਿਆਣੇ ਹੀ ਰਹਿਣਾ ਚਾਹੀਦਾ। ਦੂਜੀ ਗੱਲ ਇਹ ਆ, ਪਰਿਵਾਰ ਪਹਿਲਾਂ ਤਾਂ ਘਰ ਦੇ ਸੰਗਰੂਰ ਹੀ ਸੀ, ਲੈ ਰਹੇ ਸੀਗੇ, ਉਦੋਂ ਤੱਕ ਤਾਂ ਅਸੀਂ ਮਣ ਕੇ ਮੌਜੀ ਸੀ, ਉਦੋਂ ਤੱਕ ਤਾਂ ਅਸੀਂ ਇਹ ਰਾਜੇ ਸੀਗੇ। ਫਿਰ ਐਂ ਲੱਗਦਾ ਸੀ ਬਾਹਰ ਜਾਂਦੇ ਸੀ, ਥੋੜ੍ਹਾ ਜਿਹਾ ਕਿਤੇ ਨਾ ਕਿਤੇ ਕਿਸੇ ਚੀਜ਼ ਨੂੰ ਹੱਥ ਲੱਗ ਜਾਂਦਾ, ਜਾਂ ਕਦੇ ਕੋਈ ਗਰੀਬ ਭਾਈ ਭੈਣ ਛੋਹ ਲੈਂਦਾ, ਤਾਂ ਆਪਦੇ ਆਪ ਨੂੰ ਲੱਗਣਾ ਲੈ ਵੀ ਹੋ ਗਏ ਸ਼ਹੀਦ, ਸੌਰੀ। ਅਤੇ ਪਰ ਉਦੋਂ ਤੱਕ ਆਪਾਂ ਨੂੰ ਕਿਸੇ ਵੀ ਬੰਦੇ ਨੂੰ ਆਪਦੀ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਹੈ ਨਾ, ਹਰੇਕ ਬੰਦਾ ਆਪਦੇ ਆਪ 'ਚ ਦਲੇਰ ਹੁੰਦਾ।
ਫਿਰ ਜਦੋਂ ਪਰਿਵਾਰ ਕੁਛ ਕੁ ਉਹਨਾਂ ਨੇ ਦਵਾਈਆਂ ਵਗੈਰਾ ਦੇ ਚੱਕਰ 'ਚ ਜਦੋਂ ਇੱਥੇ ਆ ਗਏ ਪਾਸ ਵਗੈਰਾ ਬਣਾ ਕੇ, ਫਿਰ ਹਾਂ ਉਸ ਤੋਂ ਬਾਅਦ ਜਦੋਂ ਘਰੋਂ ਜਾਂਦੇ ਸੀਗੇ ਫਿਰ ਬਹੁਤ ਜ਼ਿਆਦਾ ਮਤਲਬ ਇਦਾਂ ਹੁੰਦਾ ਸੀ ਯਾਰ ਜੇ ਆਪ ਨੂੰ ਕੁਛ ਹੋ ਗਿਆ ਕੋਈ ਚੱਕਰ ਨਹੀਂਗਾ, ਜੇ ਖੁਦਾ ਨਾ ਖਾਸਤਾ ਜੇ ਆਪਣੇ ਤੋਂ ਘਰਦਿਆਂ ਨੂੰ ਹੋ ਗਿਆ ਆਪਾਂ ਫਿਰ ਜੰਗਾਂ ਜੇ ਆਪਾਂ ਤੁਰੇ ਫਿਰੀਏ, ਘਰਦਿਆਂ ਨੂੰ ਕੁਛ 19 ਹੋ ਗਿਆ ਵੀ ਆਪਾਂ ਸਾਰੀ ਉਮਰ ਕਿਹਨੂੰ ਮੂੰਹ ਦਿਖਾਵਾਂਗੇ, ਆਪਦੇ ਆਪ ਨੂੰ ਕਿਵੇਂ ਫੇਸ ਕਰਾਂਗੇ। ਫਿਰ ਡਰ ਵੀ ਰਹਿੰਦਾ ਸੀ। ਬਟ ਇਹ ਹੈ ਡਾਕਟਰਸ ਹੈ ਨਾ, ਪੁਲਿਸ ਵਾਲੇ ਵੀਰ ਡਾਕਟਰਸ ਚਲੋ ਫਿਰ ਸਮਝਦਾਰ ਹੁੰਦੇ ਨੇ, ਉਹ ਕਿਸੇ ਚੀਜ਼ ਨੂੰ ਟੱਚ ਨਹੀਂ ਕਰਨਗੇ। ਸਾਡਾ ਪੰਜਾਬ ਪੁਲਿਸ ਉਹ ਵਿਚਾਰੇ ਹੈ ਨਾ ਦੇਸੀ ਹੁੰਦੇ ਨੇ ਕਿ ਉਹ ਇੰਨਾ ਨਹੀਂ ਸੋਚਦੇ, ਜੇ ਉਹਨਾਂ ਨੂੰ ਕੋਈ ਗਲਤ ਲੱਗਾ ਉਹਨਾਂ ਨੇ ਬਾਹੋਂ ਵੀ ਫੜ ਲੈਣਾ, ਉਹਨਾਂ ਨੇ ਧੌਣ ਨੂੰ ਵੀ ਹੱਥ ਲਾ ਲੈਣਾ। ਕਰੋਨਾ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਹੋਣਾ ਸੀ, ਪਰ ਇਸ ਟਾਈਮ ਉਹਨਾਂ ਨੇ ਆਪਦੀ ਵਧੀਆ ਭੂਮਿਕਾ ਨਿਭਾਈ ਵੀ। ਆਪਾਂ ਹੈ ਨਾ ਕੁਛ ਕੁ ਨੈਗੇਟਿਵ ਕੇਸਿਸ ਵੀ ਆਪਾਂ ਨੂੰ ਦਿਖੇ, ਪਰ ਇਹੀ ਸੀਗਾ ਵੀ ਜਿੱਥੇ ਸਾਰੀ ਇੰਨੀ ਸੇਵਾ ਕਰ ਰਹੇ ਨੇ ਤਾਂ ਆਪਣੇ ਲਈ ਆਪਾਂ ਸਾਰੀ ਉਮਰ ਕੰਮ ਕਰਦੇ ਹਾਂ ਹੈ ਨਾ। ਨੈਕਸਟ ਵੀ ਅੱਗੇ ਪਹਿਲਾਂ ਵੀ ਫਿਲਮਾਂ 'ਚ ਕੀਤਾ ਹੋਊਗਾ, ਅੱਗੇ ਵੀ ਕਰਨਾ ਹੈ। ਤਾਂ ਇਹ ਸਮਾਂ ਸੀ ਜਦੋਂ ਸਾਨੂੰ ਨਿਕਲਣਾ ਹੀ ਚਾਹੀਦਾ ਸੀਗਾ। ਅਦਰਵਾਈਜ਼ ਜੇ ਹੋਣੀ ਹੋਈ ਇਹ ਮਹਾਮਾਰੀ ਗੰਦੀ ਬਿਮਾਰੀ ਫਿਰ ਇਹ ਸਾਨੂੰ ਕਿਤੋਂ ਵੀ ਫੜ ਸਕਦੀ ਸੀ, ਨਹੀਂ ਹੋਣੀ ਤਾਂ ਸਾਨੂੰ ਉਹਨਾਂ ਦੀਆਂ ਦੁਆਵਾਂ ਨੇ ਵੈਸੇ ਤਾਂ ਕੁਝ ਹੋਣ ਹੀ ਨਹੀਂ ਦੇਣਾ ਸੀਗਾ। ਬਿਲਕੁਲ ਜੀ, ਦੁਆਵਾਂ ਮੇਰੇ ਖਿਆਲ ਨਾਲ ਸਾਰੇ ਤੁਹਾਨੂੰ ਇਸ ਟਾਈਮ ਤੇ ਦੇ ਰਹੇ ਹੋਣਗੇ ਜਿਨ੍ਹਾਂ ਦੀ ਤੁਸੀਂ ਮਦਦ ਕੀਤੀ ਹੈ। ਸੋ ਹੁਣ ਤਾਂ ਤੁਸੀਂ ਮਦਦ ਕੀਤੀ ਹੁਣ, ਕਿਉਂਕਿ ਜਿਵੇਂ ਅਸੀਂ ਗੱਲ ਕੀਤੀ ਵੀ ਤੁਸੀਂ ਵੀ ਐਂਟਰਟੇਨਮੈਂਟ ਇੰਡਸਟਰੀ ਤੋਂ ਸ਼ੂਟਿੰਗਸ ਜੇ ਹੁਣ ਸਟਾਰਟ ਹੋ ਜਾਂਦੀਆਂ ਨੇ, ਹੁਣ ਤੱਕ ਤੁਸੀਂ ਮਦਦ ਕਰ ਰਹੇ ਸੀ, ਅੱਗੇ ਤੁਸੀਂ ਕਿਵੇਂ ਮਦਦ ਕਰੋਗੇ ਜਦੋਂ ਤੁਹਾਡੀ ਆਪਦੀ ਲਾਈਫ ਸਟਾਰਟ ਹੋ ਜਾਏਗੀ, ਆਪਦਾ ਕੰਮ ਦੁਬਾਰਾ ਸਟਾਰਟ ਹੋ ਜਾਏਗਾ? ਬੜਾ ਮਤਲਬ ਪਹਿਲਾਂ ਵੀ ਜਦੋਂ ਇਹ ਕੰਮ ਕਰ ਰਹੇ ਸੀ ਤਾਂ ਕਿਉਂਕਿ ਅਦਰਵਾਈਜ਼ ਸੋਚਿਆ ਹੋਇਆ ਸੀ ਯਾਰ ਵੀ ਚਲੋ ਹੁਣ ਬੰਸ਼ ਵੀ ਆ ਇੱਕ ਦੋ ਸਕ੍ਰਿਪਟਾਂ ਲਿਖ ਲਾਂਗੇ, ਆ ਕਰ ਲਾਂਗੇ, ਸ਼ੁਰੂ ਹੋਈਆਂ ਸੀ ਚੀਜ਼ਾਂ। ਪਰ ਜਦੋਂ ਉੱਧਰ ਜਾਣ ਲੱਗੇ ਤਾਂ ਲੱਗਿਆ ਯਾਰ ਇਹੀ ਜ਼ਿੰਦਗੀ ਦੀ ਰੀਅਲ ਸਕ੍ਰਿਪਟ ਇਹ ਹੈ। ਅੱਜ ਮਾਲਕ ਨੇ ਕੁਦਰਤ ਨੇ ਸਾਨੂੰ ਇਹ ਵੱਡੀ ਲਾਈਵ ਸਕ੍ਰਿਪਟ ਦਿੱਤੀ ਹੈ ਤਾਂ ਅਸੀਂ ਇਹ 'ਚ ਆਪਦਾ ਕਿਰਦਾਰ ਵਧੀਆ ਢੰਗ ਨਾਲ ਨਿਭਾਈਏ। ਦੂਸਰੀ ਗੱਲ ਇਹ ਆ ਵੀ ਕੰਮ ਹੁਣ ਸ਼ੁਰੂ ਹੋ ਗਏ, ਪ੍ਰੈਸ਼ਰ ਪੈਣੇ ਕੰਮ ਦੇ ਸ਼ੁਰੂ ਹੋ ਗਏ, ਕਿਉਂਕਿ ਪਹਿਲਾਂ ਵੀ ਦਾ ਥੀਏਟਰ ਆਰਮੀ ਫਿਲਮਸ ਵੱਲੋਂ ਵਧੀਆ ਕੰਮ ਕਰ ਰਹੇ ਹਾਂ, ਤਾਂ ਹੋਰ ਕਾਫੀ ਸਾਡੇ ਨਾਲ ਵੀ ਸੱਜਣ ਮਿੱਤਰ ਡਾਇਰੈਕਟਰ ਜੁੜੇ ਹੁੰਦੇ ਨੇਗੇ, ਤਾਂ ਕੰਮ ਤਾਂ ਸ਼ੁਰੂ ਹੋ ਗਏ। ਅਤੇ ਹੁਣ ਉਹ ਕੰਮ 'ਚ ਉੱਧਰੋਂ ਕੰਮ ਦੀ ਕਾਲ ਹੁੰਦੀ ਆ, ਉੱਧਰੋਂ ਕੋਈ ਇੱਧਰੋਂ ਕੋਈ ਭੈਣ ਭਰਾ ਸਾਡਾ ਦੁੱਖ ਦਰਦ ਸੁਣਾ ਰਿਹਾ ਹੁੰਦਾ। ਬਟ ਇਹ ਆ ਦੋਸਤ ਮਿੱਤਰ ਸਰਕਲ ਹੈਗੇ ਨੇ, ਅਸੀਂ ਕਿਸੇ ਦਾ ਨੰਬਰ ਮੰਨ ਲਓ ਕਿਸੇ ਲੋੜਵੰਦ ਦਾ ਆ ਉਹਨੂੰ ਇੱਕ ਦੋ ਇੱਦਾਂ ਹੀ ਆਪਣੇ ਵਲੰਟੀਅਰਸ ਤਾਂ ਨਹੀਂ ਮੈਂ ਕਹੂੰਗਾ ਕਿਉਂਕਿ ਅਸੀਂ ਕੋਈ ਬਹੁਤ ਵੱਡੀ ਸੰਸਥਾ ਨਹੀਂ ਹੈਗੇ, ਜਾਂ ਕੁਛ ਹੋਰ ਹੈ ਵੀ ਸਾਡੇ ਆਪਦੇ ਹੀ ਹੈਗੇ ਨੇ, ਅਸੀਂ ਮੈਨੇਜ ਕਰ ਲੈਂਦੇ ਕਿਉਂਕਿ ਪ੍ਰੋਡਕਸ਼ਨ ਦੇ ਕੰਮ ਨੇ ਇੱਦਾਂ ਦੀਆਂ ਚੀਜ਼ਾਂ ਸਿਖਾਈਆਂ ਨੇ। ਤਾਂ ਹੁਣ ਦੂਜਾ ਮੈਂ ਜਿੱਦਾਂ ਉਹ ਰਿਪੋਰਟਰਾਂ ਵਾਲੀ ਗੱਲ ਕਰ ਰਿਹਾ ਸੀਗਾ, ਤਾਂ ਹੁਣ ਜਿਹੜੇ ਇਹਨਾਂ ਦੀ ਸਪੋਰਟ ਵੀ ਹੋਰ ਤਰ੍ਹਾਂ ਦੀ ਹੈ। ਪਹਿਲਾਂ ਜਾਣ ਵਾਲੇ ਬਹੁਤ ਸੀਗੇ, ਪਹਿਲਾਂ ਉਹਨਾਂ ਨੂੰ ਜਾਣ 'ਚ ਦਿੱਕਤਾਂ ਆ ਰਹੀਆਂ ਸੀ, ਹੁਣ ਮੈਨੂੰ ਲੱਗਦਾ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਰਹਿਣ 'ਚ ਦਿੱਕਤਾਂ ਆ ਰਹੀਆਂ ਨੇ। ਤਾਂ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਜਿੱਦਾਂ ਦਾ ਕੋਈ ਬੰਦਾ ਮਿਲਦਾ, ਕਿਸੇ ਨੂੰ ਕੋਈ ਕੰਮ ਦੀ ਲੋੜ ਹੈ ਉਹਨੂੰ ਉਹਦੇ ਕੰਮ 'ਚ ਸਪੋਰਟ ਕਰਨ ਦੀ ਕੋਸ਼ਿਸ਼ ਕਰੀਦੀ ਆ। ਕਿਸੇ ਦਾ ਰੈਂਟ ਦੇਣਾ, ਅਸੀਂ ਪਹਿਲਾਂ ਵੀ ਅਸੀਂ ਡੇ 1 ਤੋਂ ਇਹਨਾਂ ਨੂੰ ਅਸੀਂ ਭੇਜ ਕੇ ਨਹੀਂ ਰਾਜੀ ਸੀ, ਸਾਨੂੰ ਸੀ ਯਾਰ ਇਹ ਉਰੇ ਰਹਿਣ, ਉਰੇ ਸੇਫ ਨੇ, ਅਤੇ ਉਹਨਾਂ ਨੂੰ ਅਸੀਂ ਹੌਸਲਾ ਦਿੰਦੇ ਸੀਗੇ। ਚਲੋ ਨਹੀਂ ਸੀ ਜਿਨ੍ਹਾਂ ਦੀ ਬਹੁਤ ਜ਼ਰੂਰੀ ਸੀ, ਜਿਨ੍ਹਾਂ ਨੇ ਜਾਣਾ ਹੀ ਆ ਹੈ ਨਾ, ਜਿਹੜੇ ਘਰ ਛੱਡ ਕੇ ਆ ਗਏ ਸੀਗੇ, ਸੜਕਾਂ 'ਤੇ ਬੈਠੇ ਸੀ, ਉਹਨਾਂ ਨੂੰ ਭੇਜਣਾ ਹੀ ਸੀ, ਭੇਜ ਰਹੇ ਸੀਗੇ। ਤਾਂ ਜ਼ਿਆਦਾ ਨੂੰ ਅਸੀਂ ਸਮਝਾ ਰਹੇ ਸੀ ਵੀ ਯਾਰ ਤੁਹਾਨੂੰ ਰੈਂਟ ਦੀ ਲੋੜ ਹੈ, ਖਾਣ ਪਾਣੀ ਦੀ ਲੋੜ ਹੈ। ਬਥੇਰੇ ਸੱਜਣਦਾਨੀ ਹੈਗੇ ਸੀ ਜਿਹੜੇ ਸਪੋਰਟ ਕਰ ਰਹੇ ਸੀ, ਕੀਤੀ ਵੀ ਆ, ਕਰਨਗੇ ਵੀ। ਅਤੇ ਅਸੀਂ ਕੋਸ਼ਿਸ਼ ਇਹੀ ਸੀ ਵੀ ਉਹਨਾਂ ਨੂੰ ਇੱਥੇ ਹੀ ਵਸਾਈਏ, ਉਹਨਾਂ ਦੇ ਕੰਮਾਂ 'ਚ ਹੈਲਪ ਕਰੀਏ। ਇੱਕ ਗੱਲ ਜਿਹੜੀ ਵਿੱਚੋਂ ਦੀ ਵਾਰ-ਵਾਰ ਨਿਕਲ ਕੇ ਆ ਰਹੀ ਸੀਗੀ ਪਰਮਿਸ਼ਨਸ ਨੂੰ ਲੈ ਕੇ, ਕਿ ਜਿਹੜੀਆਂ ਬੱਸਾਂ ਰੋਕ ਦਿੱਤੀਆਂ ਗਈਆਂ ਸੀਗੀਆਂ ਬਾਰਡਰ 'ਤੇ, ਜਾਂ ਪਰਮਿਸ਼ਨਸ ਜਿਹੜੀ ਆਪਣੀ ਮਨਮਰਜ਼ੀ ਨਾਲ ਦਿੱਤੀਆਂ ਜਾ ਰਹੀਆਂ ਸੀਗੀਆਂ, ਕਈਆਂ ਨੂੰ ਜਾਣ ਦਿੱਤੀ ਜਾ ਰਹੀ ਸੀ ਜਾਂ ਕਈਆਂ ਨੂੰ ਨਹੀਂ ਜਾਣ ਦਿੱਤੀ ਜਾ ਰਹੀ ਸੀ। ਪਰਮਿਸ਼ਨਸ ਦੇ ਤੁਸੀਂ ਕੀ ਪ੍ਰੋਸੈਸ ਰੱਖਿਆ ਸੀਗਾ, ਕਿਸ ਤਰੀਕੇ ਨਾਲ ਤੁਸੀਂ ਪਰਮਿਸ਼ਨਸ ਲਈਆਂ ਅਤੇ ਆਰਾਮ ਨਾਲ ਮਿਲ ਗਈਆਂ ਸੀ ਪਰਮਿਸ਼ਨ? ਹਾਂਜੀ ਪਰਮਿਸ਼ਨਸ ਦੇ ਇੱਥੋਂ ਡੀਸੀ ਆਫਿਸ ਮੋਹਾਲੀ 'ਚੋਂ ਪ੍ਰੋਪਰ ਸਹਿਯੋਗ ਮਿਲਿਆ, ਡੀਸੀ ਸਾਹਿਬ ਦਾ ਧੰਨਵਾਦ, ਉੱਥੇ ਜਿਹੜੇ ਹੋਰ ਵੀ ਉਹਨਾਂ ਦੇ ਥੱਲੇ ਅਧਿਕਾਰੀ ਕੰਮ ਕਰ ਰਹੇ ਸੀ ਸਾਰਿਆਂ ਦਾ ਧੰਨਵਾਦ, ਉਹ ਸਾਨੂੰ ਮਿਲ ਜਾਂਦਾ ਸੀਗਾ। ਬੇਸਿਕਲੀ ਪਰਮਿਸ਼ਨਸ ਇਹ ਅਧਿਕਾਰੀ ਹੁੰਦੇ ਨੇ ਤਾਂ ਕੰਮ ਕਰ ਹੀ ਰਹੇ ਹੁੰਦੇ ਨੇਗੇ। ਉਹਨਾਂ ਦੇ ਜਾਣ 'ਚ, ਉਹਨਾਂ ਨੂੰ ਰੋਕਣ 'ਚ ਮੈਨੂੰ ਲੱਗਦਾ ਰਾਜਨੀਤੀ ਜ਼ਿਆਦਾ ਉਹ ਪੈਰ ਪਸਾਰਦੀ ਸੀਗੀ। ਇੱਕ ਪਾਰਟੀ ਕੋਈ ਕੰਮ ਕਰਦੀ ਹੈ, ਦੂਜੀ ਉਹਨੂੰ ਰੋਕਣ 'ਤੇ ਲੱਗ ਜਾਂਦੀ ਹੈ, ਉਹਨਾਂ ਨੂੰ ਹੋ ਜਾਂਦਾ ਵੀ ਕੱਲ੍ਹ ਨੂੰ ਇਹਦਾ ਸਟਾਰ ਬਣ ਜਾਣਗੇ। ਤਾਂ ਇਸ ਟਾਈਮ 'ਚ ਗਰਾਊਂਡ 'ਤੇ ਰਹਿ ਕੇ ਇੱਕ ਚੀਜ਼ ਜਿਹੜੀ ਦੇਖਣ ਨੂੰ ਮਿਲੀ, ਰਾਜਨੀਤਿਕ ਪਾਰਟੀਆਂ ਨੇ ਇੱਕ ਦੂਜੇ ਦੇ ਕੰਮ ਖਰਾਬ ਕਰਨ ਦੇ ਚੱਕਰ 'ਚ ਆਮ ਗਰੀਬਾਂ ਦਾ, ਕੋਈ ਸਾਡੇ ਵਰਗੇ ਜਿਹੜੇ ਮਾੜਾ ਮੋਟਾ ਕੰਮ ਕਰ ਰਹੇ ਸੀ, ਰਾਜਨੀਤਿਕ ਪਾਰਟੀਆਂ ਦੀ ਆਪਸੀ ਰੰਜਿਸ਼ਾਂ ਕਹਿ ਲਓ ਜਾਂ ਮੂਰਖਤਾ ਹੀ ਕਹੂੰਗਾ ਮੈਂ ਇਹਨੂੰ, ਵੀ ਉਹਦਾ ਨੁਕਸਾਨ ਆਮ ਪਬਲਿਕ ਨੂੰ ਹੋਇਆ। ਅਦਰਵਾਈਜ਼ ਇੱਕ ਆਪਾਂ ਰੈਲੀ ਹੁੰਦੀ ਆ ਕਿਸੇ ਵੀ ਜ਼ਿਲ੍ਹੇ 'ਚ ਲਾ ਲਓ, ਕੋਈ ਵੱਡੀ ਰੈਲੀ ਹੁੰਦੀ ਆ, ਕੋਈ ਸੈਂਟਰ 'ਚੋਂ ਕੋਈ ਆਹ ਆਉਂਦਾ ਵੱਡਾ ਵੀ ਪੋਲੀਟੀਕਲ ਪਰਸਨ ਆਉਂਦਾ, ਤਾਂ ਆਪਾਂ ਕਹਿੰਦੇ ਜੀ ਉਸ ਰੈਲੀ 'ਚ 50,000 ਬੰਦਾ ਇਕੱਠਾ ਕੀਤਾ, ਉਸ 'ਚ ਲੱਖ ਇਕੱਠਾ ਕੀਤਾ, ਉਹ 'ਚ ਇੰਨੇ ਲੱਖ ਇਕੱਠੇ ਕੀਤੇ। ਅਤੇ ਉਹ ਇਕੱਲਾ ਬੰਦਾ, ਅਸੀਂ ਵੀ ਰੈਲੀਆਂ ਦਾ ਹਿੱਸਾ ਰਹੇ ਹਾਂ ਹੈ ਨਾ, ਕਾਲਜਾਂ 'ਚੋਂ ਹਰ ਬੰਦਾ ਹਰ ਚੀਜ਼ ਦੇਖਦਾ, ਆਪਣੇ ਕਸਬਿਆਂ 'ਚ, ਸਕੂਲਾਂ 'ਚ, ਸ਼ਹਿਰਾਂ 'ਚ, ਪਿੰਡਾਂ 'ਚ। ਅਤੇ ਉਹ ਰੈਲੀ ਦਾ ਹਰ ਬੰਦਾ ਕੋਈ ਤੁਰ ਕੇ ਨਹੀਂ ਆਇਆ ਹੁੰਦਾ, ਉਹਨਾਂ ਨੂੰ ਪੇਡ ਵੀ ਹੁੰਦੇ ਨੇ, ਪੈਸੇ ਵੀ ਦਿੱਤੇ ਜਾਂਦੇ ਨੇ ਰੈਲੀ 'ਚ ਆਉਣ ਲਈ, ਉਹਨਾਂ ਨੂੰ ਬੱਸਾਂ 'ਚ, ਕਾਰਾਂ 'ਚ, ਮੈਂ ਕਹਿੰਦਾ ਵੀ ਸਿਰ 'ਤੇ ਬਿਠਾ ਲਿਆਉਂਦੇ ਨੇ।
ਤਾਂ ਇਹ ਜਿਹੜੇ ਜੇ ਆਪਾਂ ਮਜ਼ਦੂਰ ਭਰਾ ਗਰੀਬ ਭਰਾ ਉਹਨਾਂ ਦੀ ਆਬਾਦੀ ਵੀ ਉਰੇ ਦੇਖੀਏ 18 ਲੱਖ 20 ਲੱਖ ਕੋਈ ਇੱਕ ਲਿਮਿਟਿਡ ਆਬਾਦੀ ਹੀ ਹੋਊਗੀ ਜਿਹੜੀ ਜਾਣਾ ਚਾਹੁੰਦੀ ਸੀ ਘਰੇ, ਜਿਨ੍ਹਾਂ ਨੇ ਸਰਕਾਰ ਕੋਲੇ ਰਜਿਸਟਰਡ ਕਰਾਇਆ ਸੀ ਆਪਦੇ ਆਪ ਨੂੰ, ਤਾਂ ਉਹਨਾਂ ਨੂੰ ਬਹੁਤ ਈਜ਼ੀਲੀ ਭੇਜਿਆ ਜਾ ਸਕਦਾ ਸੀ, ਸਿਰਫ ਥੋੜ੍ਹਾ ਜਿਹਾ ਮੈਨੇਜਮੈਂਟ ਦੀ ਲੋੜ ਸੀਗੀ। ਤਾਂ ਉਹੀ ਗੱਲ ਹੈ ਵੀ ਅਧਿਕਾਰੀ ਹੈ ਨਾ, ਜਿੱਦਾਂ ਜੇ ਇੱਥੋਂ ਦੀ ਸਰਕਾਰ ਨੇ ਪਰਮਿਸ਼ਨ ਦਿੱਤੀ, ਇੱਥੋਂ ਦੇ ਉਹਨਾਂ ਨੇ ਕਰਤੀ, ਤਾਂ ਕਿਸੇ ਸਟੇਟ 'ਚ ਵੀ ਇੱਥੇ ਜੀ ਕਿਸੇ ਹੋਰ ਪਾਰਟੀ ਦਾ ਰਾਜ ਆ, ਅਦਰ ਸਟੇਟ 'ਚ ਅਦਰ ਪਾਰਟੀ ਦਾ ਰਾਜ ਹੈ, ਤਾਂ ਉਹਨਾਂ ਨੇ ਉੱਥੇ ਅੜਚਣਾ ਅੜਾਈਆਂ। ਤਾਂ ਕਈ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਸੀਗੀਆਂ। ਬਟ ਇਹੀ ਹੈ ਨੀਤਾਂ ਨੂੰ ਮੁਰਾਦਾਂ, ਜਿਹੜਾ ਜਜ਼ਬੇ ਨਾਲ ਅਸੀਂ ਲੱਗੇ ਹੋਏ ਸੀ ਜਾਂ ਸਾਡੇ ਹੋਰ ਕਈ ਸਹਿਯੋਗੀ ਦਲ ਲੱਗੇ ਹੋਏ ਸੀ, ਤਾਂ ਸਭ ਕੁਝ ਹੋ ਜਾਂਦਾ ਸੀਗਾ। ਬਿਲਕੁਲ ਜੀ, ਜਿਹੜੇ ਦਰਸ਼ਕ ਹੁਣ ਸਾਡੇ ਨਾਲ ਜੁੜੇ ਹੋਏ ਨੇ ਜਾਂਦੇ ਜਾਂਦੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਬਸ ਹੀ ਉਹਨਾਂ 'ਚੋਂ ਜੇ ਕਿਸੇ ਨੇ ਵੀ ਕੋਈ ਸਹਿਯੋਗ ਸਾਨੂੰ ਕੀਤਾ, ਕਿਸੇ ਹੋਰ ਸੰਸਥਾ ਨੂੰ ਕੀਤਾ, ਕਿਸੇ ਪਰਸਨ ਨੂੰ ਕੀਤਾ, ਉਹਨਾਂ ਸਭ ਦਾ ਬਹੁਤ ਧੰਨਵਾਦ। ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਆ ਵੀ ਬਾਈ ਆਪਾਂ ਆਪਦੇ ਲਈ ਸਾਰੀ ਉਮਰ ਕੰਮ ਕਰਾਂਗੇ, ਜ਼ਰੂਰੀ ਆਪਦੇ ਲਈ ਹੀ ਕਰੋ, ਕਿਸੇ ਲਈ ਨਾ ਕਰੋ, ਆਪਦੇ ਲਈ ਕਰੋ, ਪਰਿਵਾਰ ਲਈ ਕਰੋ, ਇਮਾਨਦਾਰੀ ਨਾਲ ਕਰੋ, ਇੰਨਾ ਹੀ ਬਹੁਤ ਹੈ। ਪਰ ਇਹ ਜਿਹੇ ਸਮੇਂ ਵੈਸੇ ਤਾਂ ਪ੍ਰਮਾਤਮਾ ਨਾ ਕਰੇ ਦੁਬਾਰਾ ਕਦੇ ਏਡੀ ਔਖੀ ਘੜੀ ਆਵੇ ਆਪਣੇ ਮੁਲਕ 'ਤੇ ਜਾਂ ਕਿਸੇ ਵੀ ਦੀਨ ਦੁਨੀਆ 'ਤੇ, ਤਾਂ ਇੱਦਾਂ ਦੇ ਟਾਈਮ 'ਚ ਜੇ ਤੁਹਾਡੀ ਜੇਬ 'ਚ 10 ਰੁਪਏ ਵੀ ਨੇ ਨਾ, ਤਾਂ ਉਹਨਾਂ 'ਚੋਂ 5 ਜ਼ਰੂਰ ਕਿਸੇ ਨਾ ਕਿਸੇ ਗਰੀਬ ਗੁਰਬੇ ਦੇ, ਉਹ ਆਪਣੇ ਕੋਈ ਕੰਮ ਵਾਲੇ ਜਿਹੜੇ ਆਪਣੇ ਘਰਾਂ 'ਚ ਕੋਈ ਮਾਲੀ ਹੈ, ਕੋਈ ਕੰਮ ਵਾਲੀ ਦੀਦੀ ਹੈ, ਡਰਾਈਵਰ ਹੈ, ਇਹਨਾਂ ਤੋਂ ਸ਼ੁਰੂ ਹੋ ਕੇ ਪਹਿਲਾਂ ਆਪਾਂ ਆਪਣਿਆਂ ਦੀ ਇਹਨਾਂ ਦਾ ਕੰਮ ਕਰੀਏ, ਫਿਰ ਇਹਨਾਂ ਦੇ ਥਰੂ ਹੀ ਸਾਨੂੰ ਹੋਰ ਲੋੜਵੰਦ ਪਰਿਵਾਰ ਮਿਲ ਜਾਣਗੇ, ਉਹਨਾਂ ਦੀ ਜ਼ਰੂਰ ਸਪੋਰਟ ਕਰੋ। ਧੰਨਵਾਦ ਸਭ ਦਾ ਹੀ। ਬਿਲਕੁਲ ਜੀ, ਸੋ ਇਹ ਸੀਗੇ ਗੱਬਰ ਸੰਗਰੂਰ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਨੇ ਇਸ ਮਾੜੇ ਟਾਈਮ ਦੇ ਵਿੱਚ ਜਿਹੜਾ ਬੁਰਾ ਵਕਤ ਸਾਡੇ ਦੇਸ਼ ਦੇ ਵਿੱਚ ਆਇਆ ਸੀਗਾ, ਜਿਹੜੇ ਜ਼ਰੂਰਤਮੰਦ ਸੀਗੇ ਉਹਨਾਂ ਦੀ ਮਦਦ ਕੀਤੀ। ਉਮੀਦ ਕਰਦੇ ਹਾਂ ਕਿ ਇਹਨਾਂ ਤੋਂ ਪ੍ਰੇਰਿਤ ਹੋ ਕੇ ਹੋਰ ਜਿਹੜੇ ਲੋਕ ਨੇ ਜੋ ਮਦਦ ਕਰਨਾ ਚਾਹੁੰਦੇ ਨੇ, ਜਿਹੜੇ ਹੌਸਲਾ ਕਰ ਸਕਣ, ਉਹ ਵੀ ਅੱਗੇ ਆ ਕੇ ਲੋਕਾਂ ਦੀ ਮਦਦ ਕਰਨ ਦਾ, ਕਿਉਂਕਿ ਸਰਕਾਰਾਂ ਨੇ ਬੇਸ਼ੱਕ ਇਸ ਵੇਲੇ ਬਾਂਹ ਨਹੀਂ ਫੜੀ, ਪਰ ਇਸ ਵਾਰ ਪੰਜਾਬ ਦੇ ਲੋਕਾਂ ਨੇ ਜਾਂ ਫਿਰ ਦੇਸ਼ ਦੇ ਲੋਕਾਂ ਨੇ ਖੁਦ ਮੂਹਰੇ ਆ ਕੇ ਬਹੁਤ ਲੋਕਾਂ ਦੀ ਮਦਦ ਕੀਤੀ ਹੈ, ਦਿਲ ਖੋਲ੍ਹ ਕੇ ਪੈਸਾ ਵੀ ਦਿੱਤਾ, ਦਿਲ ਖੋਲ੍ਹ ਕੇ ਰਾਸ਼ਨ ਵੀ ਵੰਡਿਆ। ਉਮੀਦ ਕਰਦੇ ਹਾਂ ਕਿ ਸਰਕਾਰਾਂ ਨੂੰ ਜਿਹੜੀ ਅੱਖਾਂ ਅਸੀਂ ਖੋਲ੍ਹਣ ਦੀ ਕੋਸ਼ਿਸ਼ ਅਕਸਰ ਕਰਦੇ ਰਹਿੰਦੇ ਹਾਂ ਕਿ ਇਹ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ, ਇੱਦਾਂ ਦੇ ਜਿਹੜੇ ਲੋਕ ਸਾਹਮਣੇ ਆਉਂਦੇ ਨੇ ਜੋ ਖੁਦ ਮੂਹਰੇ ਆ ਕੇ ਲੋਕਾਂ ਦੀ ਮਦਦ ਕਰਦੇ ਨੇ, ਉਹਨਾਂ ਦੇ ਨਾਲ ਪ੍ਰਸ਼ਾਸਨ ਦੀ, ਸਰਕਾਰ ਦੀ ਅੱਖਾਂ ਜ਼ਰੂਰ ਖੁੱਲ੍ਹਣਗੀਆਂ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।